मंजिल मिलेगी अक्सर, उनके फैले हुए पंख बोलते हैं, वही लोग खामोश रहते हैं जिनके ज़माने में हुनर बोलते हैं। सत श्री अकाल दोस्तों, तुसीं देख रहे हो दैनिक सवेरा टीवी ਤੇ ਅੱਜ ਅਸੀਂ ਮੌਜੂਦ ਹਾਂ ਇੱਕ ਐਸੇ ਇਨਸਾਨ ਦੇ ਘਰ ਦੇ ਵਿੱਚ, ਇੱਕ ਐਸੇ ਹੁਨਰਬਾਜ਼ ਇਨਸਾਨ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਹੁਨਰ ਨੇ ਉਹ ਪਹਿਲੇ ਤਾਂ ਸ਼ੌਂਕ ਸੀਗਾ, ਬਾਅਦ 'ਚ ਉਹਨਾਂ ਦਾ ਹੁਨਰ ਬਣ ਕੇ ਸਾਹਮਣੇ ਆਇਆ। ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਤੁਸੀਂ ਜਹਾਜ਼ਾਂ ਦੇ ਮਾਡਲਸ ਪਏ ਹੋਏ ਨੇ ਤੇ ਇਹ ਜਹਾਜ਼ਾਂ ਦੇ ਮਾਡਲਸ ਨੂੰ ਬਣਾਇਆ ਹੈ ਕਟਾਰੀਆ ਸਾਹਿਬ ਨੇ। ਪਹਿਲੇ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ किस तरीके दे नाल इन्हां दे दिमाग दे विच आया कि इन्हां ने जहाज़ां दे मॉडल्स बनाने ने ते कित्थों ये शौक इन्हां नूं लग्या ते इन्हां ने मॉडल जिहड़े ने तैयार कीते ने। कटारिया साहब बहुत बहुत स्वागत है तुहाडा दैनिक सवेरा ते सब तो पहला सवाल मेरा यही आंदा कि आपां देखे ने तुहाडे मॉडल्स जहाज़ां दे तुसीं मॉडल्स बनाए हुए ने, ये भी नहीं कि छोटे मॉडल्स ने, बहुत वड्डे वड्डे मॉडल्स ने। पहला सवाल यही आंदा कि तुहानूं इन्हां मॉडल्स नूं बनाउण दी सोच, तुहाडा शौक, ये हुनर जिहड़ा सीगा शौक किद्दां बन गया, उस तो बाद तुहाडा एक ये सामने किद्दां आया? फस्ट ऑफ ऑल मैं इस लाइन दे विच जदों आया सीगा ते उस टाइम ਦੇ ਉੱਤੇ ਕੋਈ ਇੱਥੇ ਜਲੰਧਰ ਦੇ ਵਿੱਚ ਕੁਛ ਇਹੋ ਜਿਹਾ ਹੈ ਨਹੀਂ ਸੀਗਾ ਕਿ ਕੋਈ ਇਸ ਫੀਲਡ ਦੇ ਵਿੱਚ ਕੋਈ ਹੋਵੇ, ਬਟ ਮੈਨੂੰ ਇੰਨਾ ਪਤਾ ਸੀਗਾ ਕਿ NCC ਇੱਕ ਆਰਗੇਨਾਈਜੇਸ਼ਨ ਹੈ ਜਿਸ ਦੇ ਵਿੱਚ ਇੱਕ ਐਰੋ ਮਾਡਲਿੰਗ ਐਕਟੀਵਿਟੀ ਜਿਹੜੀ ਹੈ ਉਹ ਰਨ ਹੁੰਦੀ ਹੈ। ਔਰ ਸਾਡੀ ਇੱਕ ਮਾੜੀ ਕਿਸਮਤ ਕਹਿ ਸਕਦੇ ਕਿ ਸਾਡੇ ਇੱਥੇ ਪਹਿਲੇ AMI ਸੀਗੇ ਕੁਲਦੀਪ ਸਰ, ਉਹ ਮੇਰੇ ਜੁਆਇਨ ਕਰਨ ਤੋਂ ਪਹਿਲੇ ਉਹ 1 ਸਾਲ ਪਹਿਲੇ ਉਹਨਾਂ ਦੀ ਉਹ ਡੈਥ ਹੋ ਗਈ ਸੀਗੀ ਅਤੇ ਉਸ ਤੋਂ ਬਾਅਦ ਵਿੱਚ ਇੱਥੇ ਕੋਈ ਕੰਟੀਨਿਊ ਕਰਨ ਵਾਲਾ ਹੈ ਨਹੀਂ ਸੀ। ਔਰ ਮੈਂ ਜਸਟ ਚੀਜ਼ਾਂ ਕੁਛ ਇੱਦਾਂ ਦੀਆਂ ਦੇਖੀਆਂ ਪਈਆਂ ਹੋਈਆਂ, ਬਟ ਉਹਨਾਂ ਨੂੰ ਕੋਈ ਫਲਾਈ ਕਰਨ ਵਾਲਾ ਹੈ ਨਹੀਂ ਸੀਗਾ। ਫਿਰ ਹੌਲੀ ਮੈਨੂੰ ਮੇਰਾ ਥੋੜ੍ਹਾ ਇੰਟਰਸਟ ਹੋਇਆ ਕਿ ਮੈਂ ਵੀ ਕਿਉਂ ਨਾ ਇਹ ਚੀਜ਼ਾਂ ਬਣਾਵਾਂ। ਫਿਰ ਖੁਦ ਬ ਖੁਦ ਆਪ ਹੀ ਸਕਰੈਚ ਤੋਂ ਚੀਜ਼ਾਂ ਸ਼ੁਰੂ ਕੀਤੀਆਂ। ਮੇਰੇ ਕੋਲ ਮਟੀਰੀਅਲ ਦਾ ਮੈਨੂੰ ਪਤਾ ਨਹੀਂ ਹੁੰਦਾ ਸੀਗਾ ਕਿ ਮਟੀਰੀਅਲ ਕਿਹੜਾ ਮੈਂ ਯੂਜ਼ ਕਰਨਾ, ਕਿਹੜਾ ਨਹੀਂ ਯੂਜ਼ ਕਰਨਾ। ਅਤੇ ਫਿਰ ਹੌਲੀ ਚੀਜ਼ਾਂ ਦੇ ਬਾਰੇ ਥੋੜ੍ਹਾ ਬਹੁਤਾ ਮੈਂ ਪੜ੍ਹਿਆ ਅਤੇ ਫਿਰ ਮੈਨੂੰ ਪਤਾ ਲੱਗਾ ਕਿ ਬਾਲਸਾ ਵੁੱਡ ਹੁੰਦੀ ਹੈਗੀ ਹੈ, ਬਾਲਸਾ ਵੁੱਡ ਤੋਂ ਮਾਡਲ ਬਣਾਈ ਦੇ। ਅਦਰਵਾਈਜ਼ ਮੈਂ ਪਹਿਲਾਂ ਤਾਂ ਪਲਾਈ ਦੇ ਹੀ ਬਣਾ ਕੇ ਮੈਂ ਫਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਉਹ ਸਕਸੈਸਫੁਲ ਨਹੀਂ ਹੋਇਆ। ਫਿਰ ਹੌਲੀ ਚਲੋ ਘਰਦਿਆਂ ਨੇ ਮੇਰਾ ਥੋੜ੍ਹਾ ਜਿਹਾ ਸਾਥ ਦਿੱਤਾ, ਮੈਨੂੰ ਇੱਕ ਰਿਮੋਟ ਲੈ ਕੇ ਦਿੱਤਾ। ਥੋੜ੍ਹਾ ਜਿਹਾ ਇਕਵਿਪਮੈਂਟ ਚਾਹੀਦਾ ਸੀਗਾ, ਇੰਜਨ ਚਾਹੀਦਾ ਸੀ, ਸਰਵੋਸ ਵਗੈਰਾ ਚਾਹੀਦੀਆਂ ਸੀ, ਉਹ ਮੈਨੂੰ ਥੋੜ੍ਹੀਆਂ ਜਿਹੀਆਂ ਮੇਰੇ ਘਰਦਿਆਂ ਨੇ ਲੈ ਕੇ ਦਿੱਤੀਆਂ। ਔਰ ਮੈਂ ਇੱਕ ਪਹਿਲਾ ਮਾਡਲ ਜਿਹੜਾ ਉਹ ਪਲਾਈ ਦਾ ਇੱਕ ਬਣਾਇਆ ਸੀ, ਉਹ ਪਲਾਈ ਦਾ ਮਾਡਲ ਹੀ ਮੇਰਾ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਫਲਾਈ ਹੋ ਗਿਆ। ਫਿਰ ਥੋੜ੍ਹਾ ਜਿਹਾ ਉੱਥੋਂ ਮੇਰਾ ਹੌਸਲਾ ਖੁੱਲ੍ਹਿਆ ਕਿ ਨਹੀਂ ਹਾਂ ਮੈਂ ਆਪ ਬਣਾ ਸਕਦਾ ਹਾਂ। ਅਤੇ ਫਿਰ ਮੈਂ ਥੋੜ੍ਹਾ ਜਿਹਾ ਸੋਰਸ ਵਗੈਰਾ ਮੈਂ ਫੋਲੋ ਕੀਤਾ, ਮੈਨੂੰ ਪਤਾ ਨਹੀਂ ਸੀ ਬਾਲਸਾ ਵੁੱਡ ਕਿੱਥੋਂ ਮਿਲਣੀ ਹੈ। ਫਿਰ ਮੈਨੂੰ ਕਿਸੇ ਮੇਰੇ ਦੋਸਤ ਹੈਗਾ, ਉਹਨੇ ਮੈਨੂੰ ਦੱਸਿਆ ਕਿ ਇਕੁਆਡੋਰ ਅਮੈਰੀਕਾ ਵਿੱਚ ਉਹ ਬਾਲਸਾ ਵੁੱਡ ਜਿਹੜੀ ਹੈ ਉੱਥੇ ਮੈਨੂਫੈਕਚਰ ਹੁੰਦੀ ਹੈ। ਅਤੇ ਮੈਂ ਫਿਰ ਉੱਥੇ ਥੋੜ੍ਹੇ ਜਿਹੇ ਕੋਂਟੈਕਟ ਵਗੈਰਾ ਲੱਭੇ ਅਤੇ ਮੈਂ ਉਹਨਾਂ ਨੂੰ ਫਿਰ ਅਪਰੋਚ ਕੀਤੀ, ਉਹਨਾਂ ਨੇ ਮੈਨੂੰ ਬਾਲਸਾ ਵੁੱਡ ਭੇਜੀ। ਜਿਸ ਤੋਂ ਬਾਅਦ ਹੌਲੀ ਫਿਰ ਜਿਹੜਾ ਹੈ ਮਾਡਲਸ ਜਿਹੜੇ ਹੈਗੇ ਆ ਇਹ ਬਣਾਉਣੇ ਮੈਂ ਸ਼ੁਰੂ ਕਰ ਦਿੱਤੇ। ਅਤੇ ਜੇ ਮੈਂ ਗੱਲ ਕਰਾਂ ਜਿੱਦਾਂ ਹੁਣ ਇਸ ਵੇਲੇ ਮਾਡਲ ਇੱਕ ਪਿੱਛੇ ਸਾਡੇ ਕੋਲ ਪਿਆ ਹੋਇਆ ਕਾਫੀ ਵੱਡਾ ਮਾਡਲ ਹੈ, ਕੁਝ ਛੋਟੇ ਮਾਡਲਸ ਵੀ ਨੇ, ਕੁਝ ਹੈਲੀਕਾਪਟਰਸ ਵੀ ਸਾਨੂੰ ਦਿਖ ਰਹੇ ਨੇ, ਕੁਝ ਡਰੋਨਸ ਵੀ ਸਾਨੂੰ ਦਿਖ ਰਹੇ ਨੇ। ਪਹਿਲੇ ਤਾਂ ਸਾਨੂੰ ਇਹ ਦੱਸੋ ਕਿ ਇਹ ਜਿਹੜੇ ਮਾਡਲਸ ਨੇ ਇਹਨਾਂ ਦੀ ਖਾਸੀਅਤਾਂ ਕੀ ਨੇ ਅਤੇ ਇਹਨਾਂ ਨੂੰ ਜਿਹੜਾ ਤਿਆਰ ਕਰਨਾ ਤੁਹਾਡੇ ਲਈ ਕਿੰਨਾ ਕੁ ਵੱਡਾ ਇੱਕ ਚੈਲੰਜ ਹੁੰਦਾ? ਬੇਸਿਕਲੀ ਇਹ ਜਿਹੜਾ ਤੁਸੀਂ ਪਿੱਛੇ ਵੱਡਾ ਮਾਡਲ ਦੇਖ ਰਹੇ ਹੋ ਇਹ 100cc ਮਾਡਲ ਹੈਗਾ। ਅਪਰੋਕਸੀਮੇਟਲੀ ਪੰਜਾਬ ਦੇ ਵਿੱਚ ਕੁਛ ਗਿਣੇ ਚੁਣੇ ਬੰਦੇ ਹੀ ਹੈ ਜਿਹੜੇ 100cc ਮਾਡਲ ਫਲਾਈ ਕਰਦੇ ਨੇ। ਇਸ ਤੋਂ ਇਲਾਵਾ ਇਹ ਜਿਹੜਾ ਮਾਡਲ ਹੈਗੇ ਪੈਟਰੋਲ ਇੰਜਨ ਵਾਲੇ ਮਾਡਲ ਹੈਗੇ ਆ। ਅਤੇ ਵੈਸੇ ਇਹਨਾਂ ਨੂੰ ਹੁਣ ਜਿਹੜਾ ਮੈਂ ਕਹਾਂਗਾ ਕਿ ਜਿੱਦਾਂ ਹੁਣ ਮੈਂ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਬਣਾਉਂਦਾ ਰਹਿੰਦਾ ਵਾਂ ਅਤੇ ਹੁਣ ਮੈਨੂੰ ਇਹ ਈਜ਼ੀ ਲੱਗਦਾ ਹੈਗਾ ਬਣਾਉਣਾ। ਬਟ ਜਦੋਂ ਫਸਟ ਟਾਈਮ ਦੇ ਉੱਤੇ ਮੈਂ ਇਹ ਐਕਚੁਅਲ ਦੇ ਵਿੱਚ ਇਹਨਾਂ ਨੂੰ 3D ਮਾਡਲ ਕਹਿੰਦੇ ਹੈਗੇ ਆ। ਇਹਨਾਂ ਦੀ ਫਲਾਈਂਗ ਕਰੈਕਟਰਸ ਜਿਹੜੇ ਹੈਗੇ ਉਹ ਬਹੁਤ ਸੈਂਸਿਟਿਵ ਹੁੰਦੇ ਹੈਗੇ, ਬਹੁਤ ਫਾਸਟ ਰਿਐਕਟ ਕਰਦੇ ਆ ਵਾਲੇ ਜਿਹੜੇ ਮਾਡਲ ਹੈਗੇ ਆ। ਔਰ ਮੈਨੂੰ ਪਹਿਲੇ ਨਹੀਂ ਪਤਾ ਹੁੰਦਾ ਸੀਗਾ ਕਿ ਕਿੰਨਾ ਰਿਐਕਟ ਕਰਨਗੇ, ਬਟ ਹੁਣ ਥੋੜ੍ਹਾ ਜਿਹਾ ਇਹਨਾਂ ਦੇ ਉੱਤੇ ਕਾਫੀ ਟਾਈਮ ਹੋ ਗਿਆ ਕੰਮ ਕਰਦੇ ਹੋਏ। ਹੁਣ ਇਹ ਈਜ਼ੀ ਹੈਗਾ ਮੇਰੇ ਵਾਸਤੇ ਕਿ ਈਜ਼ੀਲੀ ਬਣਾ ਵੀ ਲਈਦਾ ਔਰ ਕੋਈ ਚੈਲੰਜਿੰਗ ਮੇਰੇ ਵਾਸਤੇ ਨਹੀਂ ਹੈਗੀ। ਇਹਨੂੰ ਬਹੁਤ ਕੋਈ ਮੇਰੇ ਵਾਸਤੇ ਇੱਕ ਚੈਲੰਜ ਆ ਗਿਆ, ਹੁਣ ਈਜ਼ੀਲੀ ਮੈਂ ਇਹਨਾਂ ਨੂੰ ਬਣਾ ਸਕਦਾ ਹਾਂ। ਅਤੇ ਜੇਕਰ ਮੈਂ ਗੱਲ ਕਰਾਂ ਜਿਹਦੇ ਹੁਣ ਤੁਸੀਂ ਇਹ ਮਾਡਲਸ ਬਣਾ ਰਹੇ ਹੋ, ਕੀ ਇਹ ਤੁਸੀਂ ਨੋਰਮਲੀ ਲੋਕਾਂ ਨੂੰ ਸੇਲ ਕਰਦੇ ਹੋ ਕਿ ਇਹ ਮਾਡਲ ਜਿੰਨੇ ਵੀ ਨੇ ਇਹ ਸਾਰੇ ਮਾਡਲ ਤੁਸੀਂ ਕਿਸੇ ਹੋਰ ਪਾਸੇ ਯੂਜ਼ ਕਰਦੇ ਹੋ ਜਾਂ ਕਿਸੇ ਹੋਰ ਪਾਸੇ ਮਤਲਬ ਲਗਾਉਂਦੇ ਹੋ ਜਾਂ ਕੋਈ ਆਰਗੇਨਾਈਜੇਸ਼ਨਸ ਤੁਹਾਡੇ ਕੋਲ ਪਰਚੇਜ਼ ਕਰਦੀਆਂ ਨੇ? ਸਰ ਇਹ ਜਿਹੜੇ ਮਾਡਲ ਹੈਗੇ ਆ ਵੈਸੇ ਤਾਂ ਸਾਰੇ ਹੌਬੀਅਸਟ ਜਿਹੜੇ ਪੀਪਲ ਹੈਗੇ ਆ ਉਹੀ ਇੱਦਾਂ ਦੇ ਮਾਡਲ ਜਿਹੜੇ ਆ ਯੂਜ਼ ਕਰਦੇ ਨੇ ਅਤੇ ਮੈਂ ਉਹਨਾਂ ਦੇ ਵਾਸਤੇ ਸਪੈਸ਼ਲੀ ਬਣਾਉਂਦਾ ਵਾਂ। ਹਰ ਇਨਸਾਨ ਜਿਹੜਾ ਹੈਗਾ ਉਹਦੀ ਆਪਣੇ ਇੱਕ ਫਲਾਈਂਗ ਕਰੈਕਟਰਸ ਹੈਗੇ ਆ ਕਿ ਉਹ ਆਪ ਦੱਸ ਦਿੰਦੇ ਆ ਕਿ ਮੈਂ 3D ਮਾਡਲ ਫਲਾਈ ਕਰ ਸਕਦਾ ਜਾਂ ਮੈਂ ਟ੍ਰੇਨਰ ਮਾਡਲ ਫਲਾਈ ਕਰ ਸਕਦਾ ਹੈਗਾ। ਉਹ ਜਿਸ ਵੀ ਟਾਈਪ ਦਾ ਮਾਡਲ ਫਲਾਈ ਕਰਨਾ ਚਾਹਣ
ਠੀਕ ਹੈ। ਮੈਂ ਉਸ ਟਾਈਪ ਦਾ ਫਿਰ ਉਹਨਾਂ ਨੂੰ ਮਾਡਲ ਆਪ ਬਣਾ ਕੇ ਦਿੰਦਾ ਵਾਂ। ਅਤੇ ਕਾਫੀ ਜ਼ਿਆਦਾ ਹੈਗੇ ਇੰਡੀਆ ਦੇ ਵਿੱਚ ਹੁਣ ਤਾਂ ਇਹ ਹੌਬੀ ਜਿਹੜੀ ਕਾਫੀ ਪ੍ਰਮੋਟ ਹੋ ਰਹੀ ਹੈ, ਅਤੇ ਹੁਣ ਤਾਂ ਕਾਫੀ ਵੱਡੇ ਵੱਡੇ ਮਾਡਲਸ ਜਿਹੜੇ ਹੈਗੇ ਇੰਡੀਆ ਦੇ ਵਿੱਚ ਲੋਕ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਇੱਕ ਮਾਡਲ ਮੈਂ ਦੇਖ ਰਿਹਾ ਤੁਸੀਂ ਬਣਾਇਆ ਹੋਇਆ, ਇੱਕ ਛੋਟਾ ਜਿਹਾ ਮਾਡਲ ਹੈ, ਇਹ ਮਾਡਲ ਕੀ ਹੈ? ਪਲੀਜ਼ ਅਗਰ ਇਹਨੂੰ ਤੁਸੀਂ ਚੱਕ ਕੇ ਦੱਸ ਸਕੋ ਕਿ ਕੀ ਮਾਡਲ ਹੈ ਅਤੇ ਇਹਦੇ 'ਚ ਕੀ ਸਪੈਸੀਫਿਕੇਸ਼ਨਸ ਇਹਦੇ 'ਚ ਲੱਗੀਆਂ ਹੋਈਆਂ ਨੇ? ਜੀ ਇਹ ਸਰ ਬੇਸਿਕਲੀ ਜਿਹੜਾ ਮਾਡਲ ਹੈਗਾ ਇਹ ਕੰਟਰੋਲ ਲਾਈਨ ਮਾਡਲ ਇਹਨੂੰ ਕਹਿੰਦੇ ਨੇ। ਇਹਦੇ ਵਿੱਚ ਸਿੰਗਲ ਕੰਟਰੋਲ ਮਾਡਲ ਹੁੰਦਾ ਹੈ। ਇਹਦੇ ਵਿੱਚ ਦੀਆਂ 2 ਤਾਰਾਂ ਨਿਕਲੀਆਂ ਹੋਈਆਂ। ਇਹ ਤੁਸੀਂ ਦੇਖਿਆ ਹੋਣਾ ਕਿ ਜਦੋਂ ਮੈਨੂੰ ਇੱਕ ਤਾਰ ਨੂੰ ਖਿੱਚ ਰਿਹਾ ਵਾਂ, ਇਹ ਜਿਹੜਾ ਇਹਦਾ ਐਲੀਵੇਟਰ ਹੈ ਇਹ ਉੱਪਰ ਆ ਗਿਆ ਹੈ, ਔਰ ਜਦੋਂ ਮੈਂ ਦੂਸਰੀ ਤਾਰ ਖਿੱਚਦਾ ਤਾਂ ਇਹਦਾ ਐਲੀਵੇਟਰ ਜਿਹੜਾ ਹੈ ਨੀਚੇ ਚਲੇ ਜਾਂਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਸਿੰਗਲ ਕੰਟਰੋਲ ਹੋ ਗਿਆ ਜਿਹੜਾ ਐਲੀਵੇਟਰ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਜਿਹੜਾ ਹੈਗਾ ਇਹ ਇੰਜਨ ਹੁੰਦਾ ਹੈਗਾ, ਇਹਨੂੰ ਡੀਜ਼ਲ ਇੰਜਨ ਵੈਸੇ ਕਹਿ ਦਿੰਦੇ ਆ, ਠੀਕ ਹੈ। ਇਸ ਦੇ ਵਿੱਚ ਜਿਹੜੀ ਹੈਗੀ ਹੈ ਥੋੜ੍ਹਾ ਇੱਕ ਫਿਊਲ ਦਾ ਮਿਕਸ ਹੁੰਦਾ, ਉਹਨੂੰ ਅਸੀਂ ਪਾ ਕੇ ਸਪੈਸ਼ਲ ਫਿਊਲ ਦਾ ਮਿਕਸ ਹੈ ਉਹ ਪਾ ਕੇ ਇਹਨੂੰ ਆਪਾਂ ਰਨ ਕਰ ਦਿੱਤਾ, ਔਰ ਇੱਕ ਫਿਕਸ ਥ੍ਰੋਟਲ ਦੇ ਉੱਤੇ ਇਹ ਕੰਟੀਨਿਊਸਲੀ ਚੱਲਦਾ ਰਹਿੰਦਾ। ਔਰ ਇਹ ਜਿਹੜੀਆਂ 2 ਤਾਰਾਂ ਨਿਕਲੀਆਂ ਹੋਈਆਂ ਇਹਦੇ 'ਤੇ ਅਸੀਂ ਥੋੜ੍ਹਾ ਜਿਹਾ ਡਿਸਟੈਂਸ 20 ਮੀਟਰ ਦਾ ਲੈ ਕੇ 2 ਤਾਰਾਂ ਇੱਥੇ ਬੰਨ੍ਹ ਦੇ ਦੀਆਂ, ਔਰ ਉਹ 2 ਤਾਰਾਂ ਜਿਹੜੀਆਂ ਉਹ ਇੱਕ ਹੈਂਡਲ ਜਿਹੜਾ ਹੈਗਾ ਉਹਦੇ ਅਪ ਐਂਡ ਡਾਊਨ ਮੂਵਮੈਂਟਸ ਦੇ ਨਾਲ ਜਿਹੜਾ ਹੈਗਾ ਉਹਨੂੰ ਬੰਨ੍ਹ ਦਿੱਤਾ ਜਾਂਦਾ। ਅਤੇ ਔਰ ਇਹ ਜਿਹੜਾ ਸਾਡੇ ਸਰਕਲ ਦੇ ਵਿੱਚ ਫਿਰ ਇਹ ਜਿਹੜਾ ਹੈਗਾ ਮਾਡਲ ਫਲਾਈ ਹੁੰਦਾ। ਮਤਲਬ ਇਹਦਾ ਇੱਕ ਪਰਟੀਕੂਲਰ ਰੇਡੀਅਸ ਜਿਹੜਾ ਹੋਏਗਾ ਉਸ ਰੇਡੀਅਸ ਦੇ ਵਿੱਚ ਹੀ ਉਹ ਫਲਾਈ ਕਰ ਸਕਦਾ ਜੀ। ਅਤੇ ਇੱਕ ਮੈਨੂੰ ਸਰ ਗੱਲ ਦੱਸੋ, ਜਿਹੜੇ ਤੁਸੀਂ ਇਹਨਾਂ ਮਾਡਲਸ ਬਣਾਏ ਨੇ, ਮੈਨੂੰ ਇਹ ਵੀ ਸੁਣਨ 'ਚ ਆਇਆ ਸੀ ਕਿ ਤੁਸੀਂ ਇੰਡੀਅਨ ਆਰਮੀ ਨੂੰ ਵੀ ਕਿਤੇ ਨਾ ਕਿਤੇ ਤੁਹਾਡੀ ਲੋੜ ਪੈਂਦੀ ਰਹਿੰਦੀ ਹੈ। ਜਿਵੇਂ ਇੰਡੀਅਨ ਏਅਰ ਫੋਰਸ ਦੀ ਗੱਲ ਕਰਾਂ, ਉਹਨਾਂ ਨੂੰ ਵੀ ਤੁਹਾਡੀ ਜਿਹੜੀ ਲੋੜ ਆ ਉਹ ਪੈਂਦੀ ਰਹਿੰਦੀ ਹੈ। ਸਾਨੂੰ ਇਹ ਜ਼ਰੂਰ ਦੱਸੋ ਕਿ ਇੰਡੀਅਨ ਆਰਮੀ ਨੂੰ, ਇੰਡੀਅਨ ਏਅਰ ਫੋਰਸ ਨੂੰ ਤੁਹਾਡੀ ਜ਼ਰੂਰਤ ਕਿਸ ਤਰ੍ਹਾਂ ਹੈਗੀ ਹੈ, ਕਿਸ ਤਰੀਕੇ ਨਾਲ ਤੁਸੀਂ ਆਪਣੇ ਇਕਵਿਪਮੈਂਟਸ ਦੇ ਨਾਲ, ਆਪਣੇ ਟੈਲੈਂਟ ਦੇ ਨਾਲ, ਆਪਣੇ ਹੁਨਰ ਦੇ ਨਾਲ ਉਹਨਾਂ ਦੀ ਮਦਦ ਕਰਦੇ ਹੋ? ਬੇਸਿਕਲੀ ਸਰ ਜਿਹੜਾ ਆਰਮੀ ਵਗੈਰਾ ਹੈਗੀ ਹੈ, ਮੋਸਟਲੀ ਮੇਰਾ ਆਰਮੀ ਦੇ ਨਾਲ ਜ਼ਿਆਦਾ ਡੀਲਿੰਗਸ ਹੁੰਦੀਆਂ। ਆਰਮੀ ਦੇ ਵਿੱਚ ਕੀ ਹੈਗਾ, ਆਰਮੀ ਦੇ ਨਵੇਂ ਜਿਹੜੇ ਫੌਜੀ ਆ ਰਹੇ ਹੈਗੇ ਆ, ਉਹਨਾਂ ਨੂੰ ਕਈ ਵਾਰੀ ਐਰੋ ਮਾਡਲਿੰਗ ਦੀ ਟ੍ਰੇਨਿੰਗ ਦੀ ਲੋੜ ਪੈਂਦੀ ਆ। ਫਿਰ ਮੈਂ ਉਹਨਾਂ ਨੂੰ ਫੀਲਡ ਦੇ ਵਿੱਚ ਲਿਜਾ ਕੇ ਮੈਂ ਉਹਨਾਂ ਦੀ ਫਲਾਈਂਗ ਵਗੈਰਾ ਕਰਵਾਉਂਦਾ। ਉਹਨਾਂ ਨੂੰ ਬੇਸਿਕ ਜਿਹੜੀ ਨੌਲੇਜ ਹੈਗੀ ਆ ਐਰੋਫਾਈਲਸ ਕੀ ਹੈਗੀਆਂ ਜਾਂ ਪੂਰੇ ਏਅਰਕ੍ਰਾਫਟ ਦੇ ਬਾਰੇ, ਉਹ ਥੋੜ੍ਹਾ ਮੈਂ ਉਹਨਾਂ ਨੂੰ ਨੌਲੇਜ ਦਿੰਦਾ। ਇਸ ਤੋਂ ਇਲਾਵਾ ਉਹਨਾਂ ਦੇ ਕੋਈ ਸਪੈਸੀਫਿਕ ਕੋਈ ਮਿਸ਼ਨਸ ਹੁੰਦੇ ਹੈਗੇ ਆ, ਕੋਈ ਰੋਬੋਟ ਬਣਾਉਣਾ, ਉਹਨਾਂ ਨੇ ਕੋਈ ਚੀਜ਼ ਪਿਕ ਕਰਕੇ ਲੈ ਕੇ ਆਉਣੀ ਹੈ ਜਾਂ ਕੋਈ ਚੀਜ਼ ਡਰੋਪ ਕਰਕੇ ਆਉਣੀ ਹੈ, ਠੀਕ ਹੈ। ਉਸ ਟਾਈਪ ਦੇ ਨਾਲ ਫਿਰ ਜਿਹੜੀ ਉਹਨਾਂ ਨੂੰ ਇਕਵਿਪਮੈਂਟ ਦੀ ਲੋੜ ਹੋਏ, ਉਹ ਫਿਰ ਉਸ ਹਿਸਾਬ ਦੇ ਨਾਲ ਫਿਰ ਜਿਹੜਾ ਹੈਗਾ ਸੀ ਉਹਨਾਂ ਨੂੰ ਬਣਾ ਕੇ ਦੇਈਦਾ। ਜਾਂ ਕਈ ਵਾਰੀ ਹੁੰਦਾ ਫਿਕਸ ਵਿੰਗ ਬਣਾ ਕੇ ਦੇਈਦਾ, ਯਾਨੀ ਕਿ ਇੱਕ ਜਹਾਜ਼ ਬਣਾ ਕੇ ਦੇਈਦਾ, ਉਹਦੇ ਵਿੱਚ ਕੈਮਰਾ ਵਗੈਰਾ ਲਗਾ ਕੇ ਉਹ ਕਰ ਸਕਦੇ ਹੈਗੇ ਆ, ਆਪਾਂ ਫਲਾਈ ਕਰਦੇ ਹੈਗੇ ਆ। ਅਤੇ ਜਾਂ ਫਿਰ ਕੋਈ ਰੋਬੋਟ ਹੋ ਗਿਆ ਜਿਹੜਾ ਕੋਈ ਬੋਮ ਸ਼ੈਲ ਜਾਂ ਕੁਛ ਵੀ ਹੈ ਉਹ ਕੈਰੀ ਕਰਕੇ ਲੈ ਕੇ ਆਏਗਾ ਜਾਂ ਡਿਫਿਊਜ਼ ਕਰਨਾ ਹੈਗਾ। ਇਸ ਤਰੀਕੇ ਦੇ ਕੋਈ ਨਾ ਕੋਈ ਜਿਹੜੇ ਪਰਪਸ ਹੋਏਗਾ, ਉਸ ਪਰਪਸ ਦੇ ਅਕੋਰਡਿੰਗਲੀ ਫਿਰ ਅਸੀਂ ਜਿਹੜਾ ਹੈਗਾ ਉਹਨਾਂ ਦੀ ਹੈਲਪ ਵੀ ਕਰੀ ਦੀ ਹੈਗੀ ਆ, ਅਤੇ ਸਾਨੂੰ ਵੀ ਕਿਤੇ ਲੋੜ ਪੈਂਦੀ ਹੈਗੀ ਅਸੀਂ ਉਹਨਾਂ ਦੀ ਹੈਲਪ ਵੀ ਲਈ ਦੀ ਵੀ ਹੈ। ਅਤੇ ਇੱਕ ਮੈਂ ਦੇਖ ਰਿਹਾ ਸੀਗਾ ਤੁਹਾਡੇ ਪਿੱਛੇ ਇੱਕ ਹੈਕਸਾਕਾਪਟਰ ਪਿਆ ਹੋਇਆ, ਕੁਝ ਇੱਕ ਮੈਂ ਡਰੋਨਸ ਵੀ ਦੇਖੇ ਨੇ ਜਿਹੜੇ ਤੁਸੀਂ ਬਣਾ ਰਹੇ ਹੋ। ਕਿ ਇਹ ਸਾਰੇ ਡਰੋਨਸ ਇਹਨਾਂ ਚੀਜ਼ਾਂ ਦੇ ਹੀ ਜ਼ਿਆਦਾਤਰ ਕੰਮ ਆਉਂਦੇ ਨੇ ਕਿ ਹੋਰ ਚੀਜ਼ਾਂ ਦੇ ਵੀ ਕੰਮ ਆਉਂਦੇ ਨੇ? ਕਿਉਂਕਿ ਜ਼ਿਆਦਾਤਰ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਜਿਹੜੇ ਡਰੋਨਸ ਨੇ ਉਹ ਬੇਸਿਕਲੀ ਕੈਮਰਾ ਦੇ ਯੂਜ਼ਲੀ ਇਸਤੇਮਾਲ ਕੀਤੇ ਜਾਂਦੇ ਨੇ, ਕਿ ਕੈਮਰਾ ਦੇ ਤੁਸੀਂ ਜਿੱਥੇ ਨਹੀਂ ਪਹੁੰਚ ਸਕਦੇ ਉੱਥੇ ਡਰੋਨ ਪਹੁੰਚ ਕੇ ਕੈਮਰਾ ਸ਼ਾਟਸ ਲੈ ਲੈਂਦਾ ਜਾਂ ਕੁਛ ਵੀਡੀਓਗ੍ਰਾਫੀ ਕਰਦਾ। ਪਰ ਕੀ ਇਹ ਡਰੋਨਸ ਕਿਸੇ ਹੋਰ ਥਾਂ ਦੇ ਵਿੱਚ ਵੀ ਕੰਮ ਆ ਸਕਦੇ ਨੇ? ਬਿਲਕੁਲ ਸਰ। ਐਕਚੁਅਲ ਦੇ ਵਿੱਚ ਹੁਣ ਜਿਹੜਾ ਹਾਈਟੈਕ ਜ਼ਮਾਨਾ ਆ ਰਿਹਾ ਹੈਗਾ, ਹੁਣ ਦੇ ਜਿਹੜੇ ਡਰੋਨ ਹੈਗੇ ਸਿਰਫ ਇੱਕ ਕੈਮਰਾ ਲਗਾ ਕੇ ਫਲਾਈ ਕਰਕੇ ਆ ਜਾਣਾ, ਇਹ ਇਸ ਪਰਪਸ ਵਾਸਤੇ ਨਹੀਂ ਹੈਗਾ। ਹੁਣ ਤੁਸੀਂ ਡਰੋਨ ਦੇ ਨਾਲ ਪਲਾਂਟਿੰਗ ਕਰ ਸਕਦੇ ਹੋ। ਬਹੁਤ ਸਾਰੀ ਬੰਜਰ ਜ਼ਮੀਨ ਹੈਗੀ ਆ ਜਿੱਥੇ ਆਮ ਲੋਕੀ ਜਾ ਕੇ ਥੋੜ੍ਹਾ ਬਹੁਤਾ ਨਹੀਂ ਕੁਝ ਜ਼ਿਆਦਾ ਫਿਜ਼ੀਕਲ ਐਕਟੀਵਿਟੀਜ਼ ਕਰ ਸਕਦੇ, ਆਪਾਂ ਉਸ ਜਗ੍ਹਾ ਦੇ ਉੱਤੇ ਵੀ ਡਰੋਨ ਫਲਾਈ ਕਰਕੇ ਉਹਦੇ ਨਾਲ ਪਲਾਂਟਿੰਗ ਕਰ ਸਕਦੇ ਹਾਂ। ਡਰੋਨਸ ਪ੍ਰੋਗਰਾਮ ਹੋ ਜਾਂਦੇ ਹੈਗੇ ਕਿ ਉਹ ਇੱਕ ਪਰਟੀਕੂਲਰ ਡਿਸਟੈਂਸ ਦੇ ਉੱਤੇ ਜਾ ਕੇ ਸੀਡਸ ਜਿਹੜੇ ਹੈਗੇ ਆ ਉਹ ਡਰੋਪ ਕਰਦੇ ਹੈਗੇ ਆ। ਔਰ ਸੀਡਸ ਕੁਛ ਇਸ ਤਰੀਕੇ ਦੇ ਨਾਲ ਬਣਾਏ ਹੁੰਦੇ ਕਿ ਉਹ ਥੋੜ੍ਹੇ ਦਿਨ ਤੱਕ ਜਿਹੜਾ ਉਹਨਾਂ ਨੂੰ ਪਾਣੀ ਵਗੈਰਾ, ਖਾਦ ਵਗੈਰਾ, ਉਹ ਸਾਰਾ ਕੁਛ ਮਿਲਦੀ ਰਹਿੰਦੀ ਆ। ਇਸ ਤੋਂ ਇਲਾਵਾ ਫਿਰ 3D ਮੈਪਿੰਗ ਹੋ ਜਾਂਦੀ ਹੈ। ਹੁਣ ਕੋਈ ਬਿਲਡਿੰਗ ਇੱਕ ਬਣ ਗਈ ਹੈ, ਬਿਲਡਿੰਗ ਦਾ ਤੁਸੀਂ 3D ਮੈਪ ਬਣਾਉਣਾ ਹੈ, ਉਹ ਵੀ ਡਰੋਨ ਦੇ ਨਾਲ ਪੋਸੀਬਲ ਹੈਗਾ। ਹੁਣ ਸਰਵੇਜ਼ ਹੈਗੇ ਆ ਚੱਲ ਰਹੇ, ਤਕਰੀਬਨ ਪ੍ਰਧਾਨ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਹੋਈ ਹੈ ਕਿ ਹੁਣ ਸਾਰੇ ਜਿਹੜੇ ਇੰਡੀਆ ਦੇ ਪਿੰਡ ਹੈਗੇ ਆ ਉਹਨਾਂ ਦੀ ਜਿਹੜੀ ਹੈਗੀ ਆ ਉਹ ਏਰੀਅਲ ਫੋਟੋਗ੍ਰਾਫੀ ਕਰਕੇ ਉਹਨਾਂ ਦੀ ਮੈਪਿੰਗ ਕੀਤੀ ਜਾਏਗੀ ਹਰ ਪਿੰਡ ਦੀ, ਤਾਂ ਕਿ ਕੋਈ ਵੀ ਅੱਗੇ ਜਿਹੜਾ ਹੈਗਾ ਪ੍ਰੋਪਰਟੀ ਜਿਹੜਾ ਉਹ ਈਜ਼ੀਲੀ ਉਹਨੂੰ ਸੌਰਟ ਆਊਟ ਕਰ ਸਕਣ, ਕੋਈ ਵੀ ਪ੍ਰੋਬਲਮ ਆਉਂਦੀ ਹੋਵੇ। ਅਤੇ 3D ਮੈਪਿੰਗ ਜਿਹੜੀ ਹੈਗੀ ਡਰੋਨਸ ਦੇ ਨਾਲ ਉਹ ਵੀ ਹੋ ਜਾਂਦੀ ਹੈ। ਅਤੇ ਯਾਨੀ ਇਹਦੇ ਹਰ ਪਰਪਸ ਹੈਗਾ। ਹੁਣ ਤਾਂ ਕਾਫੀ ਹੈਗੇ, ਕੋਈ ਕੰਪਨੀਜ਼ ਵੀ ਆ ਰਹੀਆਂ
ਉਹ ਡਿਲੀਵਰੀ ਡਰੋਨ ਬਣਾ ਰਹੇ ਹੈਗੇ ਆ ਕਿ ਕੋਈ ਪੀਜ਼ਾ ਵੀ ਡਿਲੀਵਰ ਕਰਨਾ ਹੈਗਾ, ਉਹ ਫਿਊਚਰ ਹਾਲੇ ਪਲਾਨ ਕਰ ਰਹੇ ਹੈ ਕਿ ਅਸੀਂ ਪੀਜ਼ਾ ਜਿਹੜਾ ਉਹ ਡਰੋਨ ਦੇ ਨਾਲ ਜਾ ਕੇ ਅਸੀਂ ਡਿਲੀਵਰ ਕਰੀਏ। ਇਹੋ ਜਿਹੀਆਂ ਵੀ ਟੈਕਨੋਲੋਜੀਜ਼ ਆ ਚੁੱਕੀਆਂ ਹੋਈਆਂ। GPS ਲੋਕੇਸ਼ਨ ਪਾਈ ਤੇ ਜਿਹੜਾ ਡਰੋਨ ਆ ਆਟੋਮੈਟਿਕਲੀ ਜਾ ਕੇ ਪੀਜ਼ਾ ਡਿਲੀਵਰ ਕਰ ਦੇਗਾ। ਬਿਲਕੁਲ ਬਿਲਕੁਲ ਸਰ, ਉਹ ਹੁੰਦਾ ਕੀ ਹੈਗਾ, ਜਿਸ ਮੋਬਾਈਲ ਤੋਂ ਦੀ ਤੁਸੀਂ ਆਪਣਾ ਆਰਡਰ ਬੁੱਕ ਕਰ ਰਹੇ ਹੋ, ਉਹ ਆਟੋਮੈਟਿਕਲੀ ਜਿਹੜਾ ਤੁਹਾਡਾ ਐਪ ਹੈਗਾ ਉਹ ਤੁਹਾਡੇ ਲੌਂਗੀਟਿਊਡ ਲੈਟੀਟਿਊਡ ਉੱਥੋਂ ਦੀ ਰਿਸੀਵ ਕਰਕੇ ਔਰ ਜਿਹੜਾ ਹੈਗਾ ਉਹਨਾਂ ਨੂੰ ਭੇਜ ਦਿੰਦਾ, ਔਰ ਉੱਥੋਂ ਦੀ ਜਿਹੜਾ ਵੀ ਹੋਏਗਾ ਡਰੋਨ ਆਪਰੇਟਰ ਹੋਏਗਾ ਉਹੀ ਲੌਂਗੀਟਿਊਡ ਲੈਟੀਟਿਊਡ ਪਾ ਕੇ ਉਸੇ ਜਗ੍ਹਾ ਦੇ ਉੱਤੇ ਆਪਣਾ ਡਿਲੀਵਰ ਕਰ ਦੇਗਾ ਪੀਜ਼ਾ। ਜੇਕਰ ਮੈਂ ਗੱਲ ਕਰਾਂ, ਤੁਹਾਨੂੰ ਕਿੰਨੇ ਸਾਲ ਹੋ ਗਏ ਅੱਜ ਦੀ ਡੇਟ 'ਚ, ਅਗਰ ਆਪਾਂ ਟੋਟਲ ਅਕਾਊਂਟ ਰੱਖੀਏ, ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪਲੇਨਸ ਨੂੰ ਬਣਾਉਂਦਿਆਂ ਹੋਇਆਂ, ਅਤੇ ਕਿੰਨੇ ਕੁ ਅੱਜ ਤੱਕ ਜਿਹੜੇ ਪਲੇਨ ਮਾਡਲਸ ਤੁਸੀਂ ਫਲਾਈ ਸਕਸੈਸਫੁਲੀ ਕਰ ਚੁੱਕੇ ਹੋਏ, ਅਤੇ ਕਿੰਨੇ ਕੁ ਫੇਲੀਅਰਸ ਵੀ ਹੋਏ ਨੇ, ਸਾਨੂੰ ਇਹ ਵੀ ਜ਼ਰੂਰ ਦੱਸਿਓ। ਫਸਟ ਆਫ ਆਲ ਤਾਂ ਮੈਂ ਫੇਲੀਅਰ ਦੀ ਗੱਲ ਕਰਾਂਗਾ। ਮੈਂ ਨਵਾਂ ਸ਼ਹਿਰ ਦੇ ਵਿੱਚ ਸੀਗਾ ਜਦੋਂ ਮੈਂ ਫਸਟ ਟਾਈਮ ਦੇ ਉੱਤੇ ਮੈਂ ਆਪਣਾ ਇੱਕ ਮਾਡਲ ਫਲਾਈ ਕੀਤਾ, ਔਰ ਮੈਨੂੰ ਬਿਹੇਵੀਅਰ ਨਹੀਂ ਪਤਾ ਸੀਗਾ, ਕਿਉਂਕਿ ਐਕਚੁਅਲ 'ਚ ਇੱਥੇ ਜਲੰਧਰ ਦੇ ਆਸੇ-ਪਾਸੇ ਸਾਰੇ ਥੋੜ੍ਹਾ ਜਿਹਾ ਨਾ, ਜਦੋਂ ਵੀ ਕੋਈ ਮੈਂ ਫਲਾਈਂਗ ਕਰਨ ਜਾਂਦਾ ਸੀ ਤਾਂ ਲੋਕ ਜ਼ਿਆਦਾ ਇਕੱਠੇ ਹੋ ਜਾਂਦੇ ਸੀਗੇ। ਇੱਥੇ ਥੋੜ੍ਹਾ ਮੌਕਾ ਨਹੀਂ ਮਿਲਿਆ, ਅਤੇ ਮੈਂ ਆਪਣਾ ਨਵਾਂ ਸ਼ਹਿਰ ਵਾਲੀ ਸਾਈਡ ਦੇ ਉੱਤੇ ਕਾਫੀ ਏਰੀਆ ਖਾਲੀ ਹੈਗਾ, ਅਤੇ ਮੈਂ ਉੱਧਰ ਲੈ ਗਿਆ ਸੀ। ਉੱਧਰ ਜਾ ਕੇ ਫਲਾਈ ਕੀਤਾ ਅਤੇ ਮੈਨੂੰ ਪਤਾ ਨਹੀਂ ਲੱਗਿਆ, ਬਸ ਏਅਰਕ੍ਰਾਫਟ ਟੇਕ ਆਫ ਕਰ ਦਿੱਤਾ, ਅਤੇ ਦੂਸਰੀ ਸਾਈਡ ਦੇ ਉੱਤੇ ਆਪਣੇ ਆਪ ਹੀ ਜੋ ਉਹਨੇ ਬਿਹੇਵੀਅਰ ਉਹਦਾ ਨੈਚੁਰਲ ਹੋਇਆ, ਕਿਸ ਪਾਸੇ ਨੂੰ ਮੈਨੂੰ ਕੁਝ ਨਹੀਂ ਪਤਾ, ਬਟ ਉਹ ਫਸਟ ਟਾਈਮ ਦੇ ਉੱਤੇ ਆਪ ਹੀ ਉੱਡ ਗਿਆ ਅਤੇ ਆਪ ਹੀ ਜਾ ਕੇ ਕਰੈਸ਼ ਹੋ ਗਿਆ, ਅਤੇ ਮੈਨੂੰ ਸਮਝ ਹੀ ਨਹੀਂ ਲੱਗੀ ਕਿ ਮੈਂ ਉਹਦਾ ਮੈਂ ਰਿਐਕਟ ਕੀ ਕਰਾਂ। ਇਸ ਤੋਂ ਬਾਅਦ ਵਿੱਚ ਫਿਰ ਤਾਂ ਹੌਲੀ ਹੌਲੀ ਮੈਨੂੰ ਥੋੜ੍ਹਾ ਸਮਝ ਆਉਣ ਲੱਗਿਆ ਕਿ ਜਿਹੜੇ ਮਾਡਲ ਹੈਗੇ ਆ ਉਹ ਹਲਕੀ ਰਿਐਕਸ਼ਨਸ ਮੰਗਦੇ ਹੁੰਦੇ ਆ, ਅਤੇ ਉਸ ਤੋਂ ਬਾਅਦ ਵਿੱਚ ਫਿਰ ਤਾਂ ਮੈਂ ਹੁਣ ਤੱਕ ਤਾਂ ਮੈਂ ਕਾਫੀ ਮਾਡਲ ਜਿਹੜੇ ਹੈਗੇ ਆ ਉਹ ਮੈਂ ਬਣਾ ਵੀ ਚੁੱਕਾ ਹੋਇਆ, ਉਹ ਸਕਸੈਸਫੁਲੀ ਮੈਂ ਉਹਨਾਂ ਨੂੰ ਫਲਾਈ ਵੀ ਕਰ ਚੁੱਕਾ ਹਾਂ। ਅਪਰੋਕਸੀਮੇਟਲੀ 50 ਦੇ ਕਰੀਬ ਤਾਂ ਮੈਂ ਆਪਣੇ ਖੁਦ ਦੇ ਹੀ ਜਿਹੜੇ ਹੈਗੇ ਆ ਬਣਾ ਚੁੱਕਾ ਹੋਇਆ, ਔਰ ਇੰਨੇ ਕੁ ਹੀ ਜਿਹੜੇ ਹੈਗੇ ਮੈਂ ਲੋਕਾਂ ਨੂੰ ਬਣਾ ਕੇ ਵੀ ਦੇ ਚੁੱਕਾ ਹੋਇਆ। ਅਤੇ ਕਿੰਨੇ ਟੋਟਲ ਸਾਲ ਹੋ ਗਏ ਤੁਹਾਨੂੰ ਇਹ ਪ੍ਰੋਪਰ ਬਣਾਉਂਦਿਆਂ ਹੋਇਆ? ਸਰ ਮੈਨੂੰ ਅਪਰੋਕਸੀਮੇਟਲੀ 20 ਈਅਰਸ ਹੋ ਚੁੱਕੇ ਹੋਏ ਆ, ਉਸ ਤੋਂ ਜ਼ਿਆਦਾ ਹੀ ਹੈ, ਅਤੇ 20 ਈਅਰਸ ਦਾ ਮੈਂ ਬਿਲਕੁਲ ਐਕਟਿਵ ਹੈਗਾ ਫਲਾਈਂਗ ਦੇ ਵਿੱਚ ਜੀ। ਅਤੇ ਜੇਕਰ ਗੱਲ ਕਰੀਏ ਇਹਨਾਂ ਦੇ ਵਿੱਚ ਕਿਹੜਾ ਫਿਊਲ ਜ਼ਿਆਦਾਤਰ ਇਸਤੇਮਾਲ ਕੀਤਾ ਜਾਂਦਾ, ਅਤੇ ਕਿਹੜੀ ਸੀਸੀ ਦੇ ਇੰਜਨਸ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾਂਦੇ ਨੇ ਤੁਹਾਡੇ ਇਹਨਾਂ ਪਲੇਨਸ ਦੇ ਵਿੱਚ? ਸਰ ਮੋਸਟਲੀ ਇਹਦੇ ਵਿੱਚ ਨਾਈਟ੍ਰੋਮੀਥੇਨ ਫਿਊਲ ਜਿਹੜਾ ਹੈਗਾ ਉਹ ਵਾਲੇ ਇੰਜਨ ਦੇ ਜਿਹੜੇ ਯਾਨੀ ਕਿ ਇਹ ਜਿਹੜਾ ਫਿਊਲ ਹੈਗਾ ਇਸ ਦੇ ਨਾਲ ਜਿਹੜੇ ਆਪਰੇਟ ਹੁੰਦੇ ਇੰਜਨ ਉਹ ਜ਼ਿਆਦਾ ਯੂਜ਼ ਕਰ ਰਹੇ ਆ ਲੋਕ। ਉਹ ਜਿਹੜੇ ਇੰਜਨ ਹੁੰਦੇ ਉਹ ਛੋਟੇ ਸਾਈਜ਼ ਦੇ ਹੁੰਦੇ ਹੈਗੇ, ਕੋਈ 7 ਸੀਸੀ ਦੇ 7 ਸੀਸੀ ਦੇ ਵਿੱਚ ਅਪਰੋਕਸੀਮੇਟਲੀ 38 ਇੰਚ ਦੇ ਜਿਹੜੇ ਮਾਡਲ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਉਹ ਇੰਜਨ ਲੱਗਦਾ, ਅਤੇ ਮੋਸਟਲੀ ਸਾਰੇ ਤਕਰੀਬਨ ਸਟਾਰਟਿੰਗ ਉੱਥੋਂ ਹੀ ਕਰਦੇ ਨੇ। ਉਸ ਤੋਂ ਬਾਅਦ ਵਿੱਚ ਤਾਂ ਫਿਰ ਜਿਹੜੇ ਮੈਂ ਯੂਜ਼ ਕਰਦਾ ਹੈਗਾ, ਮੈਂ 30 ਸੀਸੀ ਜਿਹੜੇ ਹੈਗੇ ਆ ਮੈਂ ਪੈਟਰੋਲ ਇੰਜਨ ਯੂਜ਼ ਕਰ ਰਿਹਾ, 80 ਸੀਸੀ ਐਂਡ 100 ਸੀਸੀ ਮੈਂ ਯੂਜ਼ ਕਰ ਰਿਹਾ ਹੈਗਾ। ਇਸ ਤੋਂ ਬਾਅਦ ਵਿੱਚ ਤਾਂ ਫਿਰ ਕਾਫੀ ਆ ਜਾਂਦਾ ਹੈਗਾ। ਕੁਛ ਇੰਜਨਸ ਹੈਗੇ ਆ ਜਿਹੜੇ ਗਲੋ ਪਲੱਗ ਇੰਜਨ ਕਹਿੰਦੇ, ਉਹ ਨਾਈਟ੍ਰੋਮੀਥੇਨ ਬੇਸਡ ਫਿਊਲ ਦੇ ਉੱਤੇ ਫਲਾਈ ਹੁੰਦੇ। ਕੁਛ ਜਿਹੜੇ ਗੈਸੋਲੀਨ ਇੰਜਨ ਜਿਹਨਾਂ ਨੂੰ ਆਪਾਂ ਕਹਿੰਦੇ ਉਹ ਪੈਟਰੋਲ ਦੇ ਉੱਤੇ ਫਲਾਈ ਹੋ ਰਹੇ ਹੈਗੇ ਆ, ਅਤੇ ਕੁਛ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕੰਟਰੋਲ ਲਾਈਨ ਮਾਡਲ ਦਾ ਵੀ, ਇਹਦੇ ਉੱਤੇ ਦੂਸਰਾ ਈਥਰ ਇੱਕ ਹੁੰਦਾ ਕੈਮੀਕਲ ਹੈਗਾ, ਈਥਰ ਇਹਦੇ ਔਰ ਕੈਸਟਰੋਲ ਐਂਡ ਕੈਰੋਸੀਨ ਤਿੰਨਾਂ ਦਾ ਮਿਕਸ ਕਰਕੇ ਉਹ ਇਹਦਾ ਫਿਰ ਫਿਊਲ ਜਿਹੜਾ ਬਣਾ ਕੇ ਉਹ ਫਲਾਈ ਕਰੀ ਰਿਹਾ। ਇਹ 3 ਟਾਈਪ ਦੇ ਮੋਸਟਲੀ ਆਪਣੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਉਹ ਇੰਜਨਸ ਕਰ ਰਹੇ ਹੈਗੇ, ਯੂਜ਼ ਕਰ ਰਹੇ ਆ। ਜਿੱਦਾਂ ਤੁਸੀਂ ਗੱਲ ਕੀਤੀ ਕਿ 7 ਸੀਸੀ ਤੋਂ ਲੈ ਕੇ 100 ਸੀਸੀ ਤੱਕ ਦੇ ਤੁਸੀਂ ਮਾਡਲਸ ਬਣਾਉਂਦੇ ਹੋ, ਇਸ ਮਾਡਲ ਦੀ ਮੈਂ ਗੱਲ ਕਰਾਂ 100 ਸੀਸੀ ਦਾ ਮਾਡਲ ਹੈ। ਇੱਕ 100 ਸੀਸੀ ਦੀ ਜੋ ਗੱਲ ਆਉਂਦੀ ਹੈ ਹਰ ਇਨਸਾਨ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਇੱਕ ਮੋਟਰਸਾਈਕਲ ਦਾ ਜਿਹੜਾ ਇੱਕ ਨੋਰਮਲ ਇਨਸਾਨ ਮੋਟਰਸਾਈਕਲ ਚਲਾਉਂਦਾ 100 ਸੀਸੀ ਦੇ ਮੋਟਰਸਾਈਕਲ ਚਲਾਉਂਦਾ, ਅਤੇ ਕੀ ਇਹਨਾਂ ਦੇ ਇੰਜਨਸ ਮਤਲਬ ਇਹਨਾਂ ਦੀ ਬਾਡੀਜ਼ ਇੰਨੀਆਂ ਕੇਪੇਬਲ ਹੁੰਦੀਆਂ ਨੇ ਕਿ ਇੰਨਾ ਭਾਰ ਚੱਕ ਕੇ, ਕਿਉਂਕਿ ਜੇ 100 ਸੀਸੀ ਇੰਜਨ ਓਬਵੀਅਸ ਉਹਦਾ ਆਪਣਾ ਭਾਰ ਵੀ ਜ਼ਰੂਰ ਹੋਏਗਾ ਕਿਤੇ ਨਾ ਕਿਤੇ, ਕਿ ਜਾਂ ਫਿਰ ਉਹ ਇੰਜਨਸ ਇੰਨੇ ਹਲਕੇ ਹੁੰਦੇ ਨੇ ਕਿ ਇਹ ਮਾਡਲਸ ਆਰਾਮ ਨਾਲ ਲੈ ਕੇ ਉਹਨਾਂ ਨੂੰ ਫਲਾਈ ਕਰ ਲੈਂਦੇ ਨੇ? ਜੀ ਐਕਚੁਅਲ ਸਰ ਜਿਹੜਾ ਹੈਗਾ 100 ਸੀਸੀ ਹੈਗਾ ਉਹ ਇੱਕ ਇਹਦਾ ਚੈਂਬਰ ਹੁੰਦਾ ਹੈਗਾ, ਠੀਕ ਹੈ, ਜਿੱਥੇ ਅੰਦਰ ਸਪਾਰਕ ਪਲੱਗ ਜਿੱਥੇ ਇਗਨਾਈਟ ਕਰਦਾ ਇੱਕ ਚੈਂਬਰ, ਉਹਦੀ ਕਪੈਸਿਟੀ ਜਿਹੜੀ ਹੈਗੀ ਉਹ 100 ਸੀਸੀ ਦੇ ਉਹ ਹੁੰਦੀ ਹੈਗੀ। ਅਸੀਂ ਉਸ ਜਿਹੜਾ ਜਿੱਦਾਂ ਹੁਣ ਮੋਟਰਸਾਈਕਲ ਦਾ ਇੱਕ ਇੰਜਨ ਹੈਗਾ ਉਹਨੂੰ ਥੋੜ੍ਹਾ ਰਗਡ ਜਿਹਾ ਬਣਾਇਆ ਹੁੰਦਾ, ਉਹ ਬਹੁਤ ਹੈਵੀ ਹੋ ਜਾਂਦਾ, ਬਟ ਸਾਡੇ ਜਿਹੜੇ ਜਹਾਜ਼ ਦੇ ਜਿਹੜੇ ਇੰਜਨ ਹੁੰਦੇ ਆ ਉਹਨਾਂ ਦੀ ਸੀਸੀ ਸੇਮ ਹੁੰਦੀ ਹੈਗੀ, ਬਟ ਉਹਨਾਂ ਦਾ ਸਾਈਜ਼ ਜਿਹੜਾ ਬਹੁਤ ਛੋਟਾ ਹੁੰਦਾ ਹੈਗਾ, ਕਿਉਂਕਿ ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਪ੍ਰੋਪੈਲਰ ਅੱਗੇ ਮੂਵ ਕਰਵਾਉਣਾ ਹੁੰਦਾ, ਇਸ ਲਈ ਛੋਟੇ ਸਾਈਜ਼ ਦੇ ਵਿੱਚ ਇੰਜਨ ਜਿਹੜੇ ਹੈਗੇ ਆ ਉਹੀ ਇੱਥੇ ਕਾਮਯਾਬ ਹੁੰਦੇ, ਔਰ ਇੰਨੇ ਹਲਕੇ ਹੁੰਦੇ ਆ ਕਿ ਆਰਾਮ ਦੇ ਨਾਲ ਜਿਹੜਾ ਹੈਗਾ ਮਾਡਲ ਕੈਰੀ ਕਰ ਲੈਂਦੇ ਆ, ਔਰ ਪਾਵਰ ਇੰਨੀ ਜ਼ਿਆਦਾ ਹੁੰਦੀ ਹੈਗੀ ਕਿ ਈਜ਼ੀਲੀ ਅਸੀਂ ਇਹਨੂੰ ਹੋਵਰ ਵੀ ਕਰ ਸਕਦੇ ਹਾਂ ਮਾਡਲ ਨੂੰ, ਕਿਉਂਕਿ ਮਾਡਲ ਦਾ ਟੋਟਲ ਵੇਟ ਜਿਹੜਾ ਹੈਗਾ ਉਹ ਪ੍ਰੋਪੈਲਰ ਆਪਣੇ ਉੱਤੇ ਲੈ ਸਕਦਾ ਹੈ, ਇਸ ਕਰਕੇ ਇੰਨੇ ਵੱਡੇ ਇੰਜਨਸ ਦੀ ਜਿਹੜੀ ਹੈਗੀ ਲੋੜ ਪੈਂਦੀ ਹੈ ਸਾਨੂੰ। ਜੇਕਰ ਗੱਲ ਕਰਾਂ ਇੱਕ ਛੋਟੇ ਮਾਡਲ ਦੀ ਤੋਂ ਲੈ ਕੇ ਵੱਡੇ ਮਾਡਲ ਤੱਕ ਦੀ,
ਕੀ ਕਾਸਟਿੰਗ ਜਿਹੜੀ ਹੈ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ, ਕਿ ਜਾਂ ਫਿਰ ਕਹਾਂ ਕਿ ਕਿੰਨਾ ਕੁ ਖਰਚਾ ਇੱਕ ਮਾਡਲ ਨੂੰ ਬਣਾਉਣ ਦੇ ਵਿੱਚ ਆ ਜਾਂਦਾ, ਫਿਰ ਭਾਵੇਂ ਉਹ ਛੋਟਾ ਮਾਡਲ ਹੋਵੇ ਜਾਂ ਫਿਰ 100cc ਵਰਗਾ ਇੱਕ ਵੱਡਾ ਮਾਡਲ ਹੋਵੇ? ਜੀ ਐਕਚੁਅਲ ਸਰ ਇਹਨਾਂ ਦੀ ਜਿਹੜੀ ਕਾਸਟਿੰਗ ਆਪਾਂ ਜੇ ਕੈਲਕੂਲੇਟ ਕੀਤੀ ਜਾਵੇ, ਜਿਹੜੇ ਮੈਂ ਹੁਣ ਕੰਟਰੋਲ ਲਾਈਨ ਇੱਕ ਛੋਟਾ ਜਿਹਾ ਮਾਡਲ ਦੱਸਿਆ, ਇਹ ਜਿਹੜਾ ਹੈਗਾ ਸਾਨੂੰ ਤਕਰੀਬਨ 3000 ਰੁਪਏ ਦੀ ਇਹਦਾ ਫਰੇਮ ਬਣ ਜਾਂਦਾ ਇਹਦਾ, ਔਰ ਇੰਜਨ ਜਿਹੜਾ ਹੈਗਾ ਉਹ ਤਕਰੀਬਨ ਉਹ ਵੀ ਜਿਹੜਾ 3000 ਦਾ ਇੰਜਨ ਇਹਦਾ ਮਿਲ ਜਾਂਦਾ। ਅਪਰੋਕਸੀਮੇਟਲੀ ਕਾਸਟ ਜਿਹੜੀ ਹੈਗੀ ਉਹ 7000 ਦੇ ਕਰੀਬ ਫਿਰ ਮੰਨ ਕੇ ਚੱਲੀਏ ਇਹਦੀ ਬਣ ਜਾਂਦੀ ਹੈ। ਬਟ ਜੇ ਅਸੀਂ RC ਮਾਡਲ ਦੀ ਗੱਲ ਕਰੀਏ 7cc ਜਿਹੜਾ ਜਿਹਨੂੰ ਮੈਂ ਕਹਿ ਰਿਹਾ ਵਾਂ, ਇਹ ਜਿਹੜੇ ਮਾਡਲ ਹੈਗੇ ਅਪਰੋਕਸੀਮੇਟਲੀ 20000 ਤੱਕ ਜਿਹੜੇ ਹੈਗੇ ਕਾਸਟ ਕਰ ਜਾਂਦੇ ਆ। ਔਰ ਇਸ ਲਈ ਇਹਨਾਂ ਨੂੰ ਹੁੰਦਾ ਕਿ ਰਿਮੋਟ ਹਰ ਜਿਹੜਾ ਅੱਜ ਕੱਲ੍ਹ ਬੱਚਾ ਹੈਗਾ ਉਹ ਆਪਣੇ ਅਕੋਰਡਿੰਗਲੀ ਜਿਹੜਾ ਹੈ ਉਹ ਚੂਜ਼ ਕਰ ਪਾਉਂਦੇ ਆ, ਕਿਉਂਕਿ ਅੱਜ ਕੱਲ੍ਹ ਜਿਹੜੇ ਰਿਮੋਟ ਹੈਗੇ ਉਹ 10000 ਤੋਂ ਸ਼ੁਰੂ ਹੋ ਜਾਂਦੇ ਆ। ਵੈਸੇ ਤਾਂ 3000 3500 ਤੋਂ ਸ਼ੁਰੂ ਹੋ ਜਾਂਦੇ ਰਿਮੋਟ, ਬਟ ਉਹਨਾਂ ਦੀ ਇੱਕ ਕੀ ਕਹਿੰਦੇ ਹੁੰਦੇ ਕਾਫੀ ਛੋਟਾ ਜਿਹਾ ਇੱਕ ਏਰੀਆ ਜਿਹੜਾ ਹੈਗਾ ਉਹਨੂੰ ਸਿਗਨਲ ਉਹਦੇ ਉੱਥੇ ਤੱਕ ਹੀ ਚੱਲਦੇ ਹੈਗੇ ਆ। ਔਰ ਮੋਸਟਲੀ ਇਲੈਕਟ੍ਰਿਕ ਜਿਹੜੇ ਮਾਡਲ ਕੋਈ ਬੱਚੇ ਬਣਾਉਂਦੇ ਆ ਉਹਨਾਂ ਨੂੰ ਉਹ ਉੱਤੇ ਲਗਾਉਂਦੇ ਆ। ਬਟ ਜਦੋਂ ਅਸੀਂ ਇੰਜਨ ਪਾਵਰ ਦੀ ਗੱਲ ਕਰੀਏ ਸਾਨੂੰ ਫਿਰ ਉਸੇ ਤਰੀਕੇ ਦੇ ਨਾਲ ਥੋੜ੍ਹੇ ਸੁਪੀਰੀਅਰ ਰਿਮੋਟ ਚਾਹੀਦੇ ਹੁੰਦੇ ਆ। ਜਿਹੜੇ ਸੁਪੀਰੀਅਰ ਰਿਮੋਟ ਹੈਗੇ ਆ ਉਹ 15000 ਤੋਂ ਸਟਾਰਟ ਹੋ ਜਾਂਦੇ ਹੈਗੇ, ਅਤੇ ਹੁਣ ਤੱਕ ਦੇ ਜਿਹੜੇ ਮੈਂ ਦੇਖੇ ਹੋਇਆ ਉਹ 2.5-3 ਲੱਖ ਰੁਪਏ ਦੇ ਰਿਮੋਟ ਮੈਂ ਯੂਜ਼ ਕੀਤੇ ਹੋਏ ਆ ਜੀ। ਅਤੇ ਜੇ ਮੈਂ ਗੱਲ ਕਰਾਂ, ਜਦੋਂ ਰਿਮੋਟਸ ਦੀ ਗੱਲ ਕੀਤੀ ਹੈ, ਕਈ ਵਾਰੀ ਦੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਨੋਰਮਲੀ ਡਰੋਨਸ ਫਲਾਈ ਕਰਦੇ ਨੇ ਜਾਂ ਕੋਈ ਇੱਧਰ ਏਅਰਕ੍ਰਾਫਟਸ ਫਲਾਈ ਕਰਦੇ ਨੇ, ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕ ਪਰਮਿਸ਼ਨ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਲਈ ਖਾਸ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਹੀ ਉਹ ਫਲਾਈ ਕਰ ਸਕਦੇ ਨੇ। ਕੀ ਇਹਨਾਂ ਦੀ ਪਰਮਿਸ਼ਨਸ ਲੈਣੀਆਂ ਆਸਾਨ ਹੁੰਦੀਆਂ ਨੇ, ਜਾਂ ਫਿਰ ਇਹਨਾਂ ਨੂੰ ਕਿਸ ਤਰੀਕੇ ਨਾਲ ਕੋਈ ਇਨਸਾਨ ਅਗਰ ਕੋਈ ਮਾਡਲ ਇੱਦਾਂ ਤਿਆਰ ਕਰਦਾ ਜਾਂ ਤੁਹਾਡੇ ਕੋਲੋਂ ਵੀ ਲੈਂਦਾ ਅਤੇ ਉਹਦੀ ਪਰਮਿਸ਼ਨਸ ਜਿਹੜੀਆਂ ਨੇ ਫਲਾਈ ਕਰਨ ਦੀਆਂ ਉਹਨੂੰ ਕਿਸ ਤਰੀਕੇ ਨਾਲ ਲੈਣੀਆਂ ਪੈਣਗੀਆਂ? ਜੀ ਬੇਸਿਕਲੀ ਇਹੀ ਇੱਕ ਛੋਟੀ ਜਿਹੀ ਇੱਕ ਨਾ ਕੌਨਸਪਰੈਂਸੀ ਜੀ ਬਣੀ ਹੋਈ ਹੈ ਕਿ ਕਿਸੇ ਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਇਹਦੇ ਵਾਸਤੇ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ ਹੈਗੀ। ਬਟ ਬੇਸਿਕਲੀ ਇਹ ਜਿਹੜਾ ਹੈਗਾ 2.4 ਗੀਗਾਹਰਟਜ਼ ਜਿਹੜੀ ਫ੍ਰੀਕੁਐਂਸੀ ਹੈਗੀ, ਸਾਰੇ ਰਿਮੋਟ ਜਿਹੜੇ ਆ 2.4 ਗੀਗਾਹਰਟਜ਼ ਫ੍ਰੀਕੁਐਂਸੀ ਦੇ ਉੱਤੇ ਵਰਕ ਕਰਦੇ ਆ। ਔਰ ਸਾਨੂੰ ਜਿਹੜਾ ਇੱਕ 2.4 ਗੀਗਾਹਰਟਜ਼ ਫ੍ਰੀਕੁਐਂਸੀ ਦੇ ਉੱਤੇ ਫਲਾਈ ਕਰਨ ਵਾਲੇ ਮਾਡਲ ਹੈਗੇ, ਜਿਹੜੇ ਅਸੀਂ ਸਿਰਫ ਆਪਣੀ ਨੰਗੀ ਅੱਖਾਂ ਦੇ ਨਾਲ ਦੇਖ ਕੇ ਫਲਾਈ ਕਰ ਰਹੇ ਹੈਗੇ ਕਿ ਜਿੱਥੇ ਤੱਕ ਵਿਜ਼ੀਬਿਲਿਟੀ ਹੈਗੀ ਆ ਉੱਥੇ ਤੱਕ ਅਸੀਂ ਫਲਾਈ ਕਰ ਰਹੇ ਹਾਂ। ਉਹਨਾਂ ਨੂੰ ਜਿਹੜਾ ਹੈਗਾ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ। ਓਪਨ ਜਿਹੜੀ ਹੈਗੀ ਹੈ ਲਾਇਸੈਂਸ ਫ੍ਰੀ ਹੌਬੀ ਕੀਤੀ ਹੋਈ ਹੈ ਸਰਕਾਰ ਨੇ, ਉਹਦੇ ਸਾਡੇ ਕੋਲ ਡਾਕੂਮੈਂਟਸ ਵਗੈਰਾ ਪਏ ਹੋਏ ਆ। ਔਰ ਇਸ ਤੋਂ ਇਲਾਵਾ ਹੁੰਦਾ ਕੀ ਹੈਗਾ ਕਿ ਅਸੀਂ ਸਿਰਫ ਇਹ ਚੀਜ਼ਾਂ ਇਹ ਨਹੀਂ ਹੈਗਾ ਕਿ ਇਹ ਹਰ ਜਗ੍ਹਾ ਦੇ ਉੱਤੇ ਅਸੀਂ ਫਲਾਈ ਕਰ ਸਕਦੇ ਹਾਂ। ਕੁਛ ਏਰੀਏ ਹੈਗੇ ਆ, ਜਿੱਦਾਂ ਆਰਮੀ ਏਰੀਆ ਹੋ ਗਿਆ, ਪੁਲਿਸ ਦਾ ਕੋਈ ਹੋ ਗਿਆ, ਸੀਕ੍ਰੇਟ ਏਰੀਆ ਹੋ ਗਿਆ, ਜਾਂ PAP ਹੋ ਗਿਆ, ਕੋਈ ਵੀ ਚੀਜ਼ ਇੱਦਾਂ ਦੀਆਂ ਹੈਗੀਆਂ ਜਿੱਥੇ ਥੋੜ੍ਹਾ ਜਿਹਾ ਸਾਨੂੰ ਆਪ ਹੀ ਜਿਹੜਾ ਹੈਗਾ ਉਹ ਵੀ ਉਹ ਦੇਖਦੇ ਹੋਏ ਕਿ ਵੀ ਇਸ ਜਗ੍ਹਾ ਦੇ ਉੱਤੇ ਨਹੀਂ ਫਲਾਈ ਕਰਨਾ ਚਾਹੀਦਾ ਹੈਗਾ, ਉੱਥੇ ਨਹੀਂ ਅਸੀਂ ਫਲਾਈ ਕਰੀਦਾ ਹੈਗਾ। ਅਤੇ ਇਹ ਕੁਛ ਹੈਗੀਆਂ ਰਿਸਟ੍ਰਿਕਟਿਡ ਜਿਹੜੀਆਂ ਏਰੀਆ ਹੈਗੇ, ਇਹਨਾਂ ਨੂੰ ਛੱਡ ਕੇ ਅਸੀਂ ਕਿਤੇ ਵੀ ਫਲਾਈ ਕਰ ਸਕਦੇ ਹਾਂ, ਠੀਕ ਹੈ। ਬਟ ਹੁਣ ਜਦੋਂ ਆ ਜਾਂਦਾ ਹੈਗਾ ਕਿ ਜਿੱਦਾਂ ਹੁਣ ਅੱਜ ਕੱਲ੍ਹ ਹੈਗਾ ਥੋੜ੍ਹਾ ਡਰੋਨ ਆ ਗਏ ਆ, ਡਰੋਨ ਹੈਗੇ ਉਹ ਆਟੋਨੋਮਸ ਫੰਕਸ਼ਨਸ ਦੇ ਉੱਤੇ ਫਲਾਈ ਹੋ ਰਹੇ ਹੈਗੇ ਕਿ ਉਹਨਾਂ ਨੂੰ ਤਾਂ ਤੁਸੀਂ ਸਿੰਪਲ ਜਿਹਾ ਹੈ ਕਿ ਇੱਕ ਲੌਂਗੀਟਿਊਡ ਲੈਟੀਟਿਊਡ ਵਗੈਰਾ ਦੇ ਦਿੰਦੇ ਆ, ਠੀਕ ਹੈ। ਉਹ ਆਪਣੇ ਆਪ ਹੀ ਉੱਥੇ ਜਾ ਕੇ ਲੈਂਡ ਵੀ ਹੋ ਜਾਂਦਾ ਹੈਗਾ। ਜੇ ਤੁਸੀਂ ਕਹੋਗੇ ਕੋਈ ਚੀਜ਼ ਡਰੋਪ ਕਰਕੇ ਆਉਣੀ, ਉਹ ਡਰੋਪ ਕਰਕੇ ਵੀ ਆ ਜਾਂਦਾ। ਜਿਹੜਾ ਹੈਗਾ ਸਾਡੇ ਦੇਸ਼ ਦੇ ਵਾਸਤੇ ਉਹ ਖਤਰੇ ਦੀ ਇੱਕ ਚੀਜ਼ ਵੀ ਹੈਗੀ ਹੈ ਕਿ ਅਸੀਂ ਉਹਨੂੰ ਲਾਈਟਲੀ ਨਹੀਂ ਲੈ ਸਕਦੇ ਹੈਗੇ। ਇਸ ਕਰਕੇ ਇੰਡੀਅਨ ਗੌਰਮੈਂਟ ਨੇ ਕੀ ਕੀਤਾ ਹੋਇਆ, ਇੱਕ ਡਿਜੀਟਲ ਸਕਾਈ ਨਾਮ ਦੀ ਇੱਕ ਵੈਬਸਾਈਟ ਹੈਗੀ ਹੈ, ਉਹ ਇੱਕ ਉਹਨਾਂ ਨੇ ਗੌਰਮੈਂਟ ਨੇ ਲਾਂਚ ਕੀਤੀ ਹੈ। ਅਤੇ ਉਹ ਜੋ ਵੀ ਹੁਣ ਤੁਸੀਂ ਕੋਈ ਡਰੋਨ ਹੈਗਾ, ਜਿਹੜਾ ਕੋਈ ਆਟੋਨੋਮਸ ਫਲਾਈਂਗ ਦੇ ਵਿੱਚ ਹੈਗਾ, ਉਹ ਬੰਦਿਆਂ ਨੂੰ ਉਸ ਵੈਬਸਾਈਟ ਦੇ ਉੱਤੇ ਦੀ ਰਜਿਸਟਰ ਕਰਨਾ ਪਏਗਾ ਤਾਂ ਕਿ ਉਹ ਸਾਰਾ ਜਿਹੜਾ ਹੈਗਾ ਡਾਟਾ ਸਰਕਾਰ ਦੇ ਕੋਲ ਹੋਵੇ ਕਿ ਜਿਹੜਾ ਵੀ ਕੋਈ ਆਟੋਨੋਮਸ ਡਰੋਨ ਜਿਹੜਾ ਹੈਗਾ ਫਲਾਈ ਕਰ ਰਿਹਾ ਹੈਗਾ ਉਹ ਕਿੱਥੇ ਕਿੱਥੇ ਹੈ। ਅਤੇ ਜੇਕਰ ਮੈਂ ਗੱਲ ਕਰਾਂ, ਕਈ ਵਾਰੀ ਕੀ ਹੁੰਦਾ ਕਿ ਕੁਝ ਇੱਦਾਂ ਦੇ ਤੁਸੀਂ ਮਾਡਲਸ ਬਣਾਉਂਦੇ ਹੋ, ਬਾਈ ਚਾਂਸ ਜਿੱਦਾਂ ਤੁਸੀਂ ਕਿਹਾ ਕਿ ਇਹਨਾਂ ਦੀ ਆਪਣੀ ਨੇਚਰ ਹੁੰਦੀ, ਕਈ ਵਾਰੀ ਆਪਣੀ ਨੇਚਰ ਦੇ ਹਿਸਾਬ ਨਾਲ ਉੱਡਣਾ ਸ਼ੁਰੂ ਕਰ ਦਿੰਦੇ ਜਾਂ ਫਿਰ ਫ੍ਰੀਕੁਐਂਸੀ ਤੋਂ ਬਾਹਰ ਹੋ ਜਾਂਦੇ ਨੇ। ਜੇਕਰ ਕੋਈ ਗਵਾਚ ਜਾਏ ਤਾਂ ਇਹਨਾਂ ਦੇ ਵਿੱਚ ਕੋਈ ਇੱਦਾਂ ਦੇ ਡਿਵਾਈਸਿਸ ਤੁਸੀਂ GPS ਡਿਵਾਈਸਿਸ ਫਿੱਟ ਕੀਤੇ ਹੁੰਦੇ ਆ ਜਿਹਨੂੰ ਅਗਰ ਕੋਈ ਇਨਸਾਨ ਟਰੈਕ ਕਰਨਾ ਚਾਹੇ ਤਾਂ ਉਹ ਟਰੈਕ ਕਰਕੇ ਉਹਨੂੰ ਵਾਪਸ ਗ੍ਰੈਬ ਕਰ ਸਕਦਾ ਹੈ। ਜਾਂ ਜਿੱਦਾਂ ਤੁਸੀਂ ਕਿਹਾ ਸਰਕਾਰੀ ਜਿਹੜੀ ਐਪਲੀਕੇਸ਼ਨ ਦਾ ਤੁਸੀਂ ਨਾਂ ਲਿਆ, ਉਸ ਐਪਲੀਕੇਸ਼ਨ ਦੇ ਵਿੱਚ ਜਦੋਂ ਰਜਿਸਟਰ ਕਰਦੇ ਕਿ ਉਹਨਾਂ ਦੀ ਸਾਰੀ ਉਹ GPS ਫ੍ਰੀਕੁਐਂਸੀਜ਼ ਜਾਂ ਜਿਹੜੀਆਂ ਸਪੈਸੀਫਿਕੇਸ਼ਨਸ ਨੇ ਕਿ ਉਹ ਸਾਨੂੰ ਸਾਰੀਆਂ ਉਹਦੇ 'ਚ ਮੈਂਸ਼ਨ ਕਰਨੀਆਂ ਪੈਂਦੀਆਂ? ਬੇਸਿਕਲੀ ਸਰ ਜਿਹੜਾ ਵੀ ਡਰੋਨ ਹੋਏਗਾ, ਜਿਹੜਾ ਆਟੋਨੋਮਸ ਹੋਏਗਾ, ਉਹਨਾਂ ਦੇ ਆਪਣੇ ਸੀਰੀਅਲ ਨੰਬਰ ਹੁੰਦੇ ਹੈਗੇ ਆ, ਠੀਕ ਹੈ। ਹੁਣ ਸਾਡੀ ਅਸੀਂ ਜਦੋਂ ਰਜਿਸਟ੍ਰੇਸ਼ਨ ਕਰਨੀ ਹੈਗੀ ਉਹਦੇ 'ਤੇ ਉਸ ਟਾਈਮ ਦੇ ਉੱਤੇ ਉਹ ਸਾਰੇ ਜਿਹੜੇ ਸੀਰੀਅਲ ਨੰਬਰ ਵਗੈਰਾ ਅਸੀਂ ਉਹਦੇ ਵਿੱਚ ਪਾਈਦੇ ਆ। ਆਲਮੋਸਟ ਇੱਕ DJI ਕੰਪਨੀ ਹੈਗੀ ਹੈ, DJI ਕੰਪਨੀ ਦੇ ਜਿੰਨੇ ਵੀ ਹੈਗੇ ਡਰੋਨ ਉਹ ਹੀ ਇਸ ਕੈਪੇਬਿਲਿਟੀ ਵਾਲੇ ਹੈਗੇ ਕਿ ਉਹ ਥੋੜ੍ਹਾ ਲੌਂਗ ਜਾਂ ਡਿਸਟੈਂਸ ਦੇ ਵਿੱਚ ਉਹ ਈਜ਼ੀਲੀ ਫਲਾਈ ਹੋ ਕੇ ਵਾਪਸ ਆ ਜਾਂਦੇ ਹੈਗੇ, ਅਤੇ ਉਹਨਾਂ ਸਾਰਿਆਂ ਦੇ ਸੀਰੀਅਲ ਨੰਬਰ ਹੈਗੇ। ਬਟ ਜਦੋਂ ਅਸੀਂ ਆਪਣਾ ਖੁਦ ਦਾ ਇੱਕ ਅਸੈਂਬਲ ਕਰਦੇ ਹੈਗੇ ਆ, ਅਸੈਂਬਲ ਦੇ ਵਿੱਚ ਕੋਈ ਸੀਰੀਅਲ ਨੰਬਰ ਨਹੀਂ ਆਉਂਦਾ ਹੈਗਾ ਸਾਡਾ, ਕਿਉਂਕਿ ਅਸੈਂਬਲ ਦੇ ਵਿੱਚ ਅਸੀਂ ਕੋਈ ਪਾਰਟ ਕਿਤੇ ਲਿਆ ਹੁੰਦਾ, ਕੋਈ ਕਿਤੇ ਲਿਆ ਹੁੰਦਾ, ਕੋਈ ਕਿਤੇ ਲਿਆ ਹੁੰਦਾ।
ਇਸ ਕਰਕੇ ਉਹਨਾਂ ਦਾ ਕੋਈ ਸੀਰੀਅਲ ਨੰਬਰ ਵਗੈਰਾ ਹੁੰਦੇ ਨਹੀਂ ਹੈਗੇ। ਬਟ ਹੁਣ ਉਹ ਜਿਹੜਾ ਹੈਗਾ ਉਹਨਾਂ ਨੇ ਥੋੜ੍ਹੇ ਜਿਹੇ ਰੂਲਸ ਵਗੈਰਾ ਚੇਂਜ ਕੀਤੇ ਆ, ਉਹ ਵੀ ਜਿਹੜੇ ਹੈਗੇ ਅਸੀਂ ਰਜਿਸਟਰਡ ਕਰਾਂਗੇ। ਬਟ ਜਿਹੜੇ ਆਟੋਨੋਮਸ ਚੱਲ ਰਹੇ ਹੈਗੇ, ਹੁਣ ਮੈਂ ਮੇਰੇ ਜਿਹੜੇ ਡਰੋਨ ਹੈਗੇ ਆ ਉਹ ਮੈਂ ਮੈਨੂਅਲੀ ਫਲਾਈ ਕਰਦਾ, ਕਿਉਂਕਿ ਮੈਂ ਕਿ ਕੈਮਰਾ ਕੈਰੀ ਕਰਨਾ ਹੁੰਦਾ, ਔਰ ਕੈਮਰਾ ਕੈਰੀ ਕਰਕੇ ਸਿਰਫ ਵਿਜ਼ੀਬਿਲਟੀ ਜਿੱਥੇ ਤੱਕ ਹੈਗੀ ਉੱਥੇ ਤੱਕ ਲੈ ਕੇ ਜਾਣਾ ਹੁੰਦਾ। ਇਸ ਕਰਕੇ ਇਹਦੇ ਵਿੱਚ ਆਟੋਨੋਮਸ ਮੈਂ ਯੂਜ਼ ਨਹੀਂ ਕਰ ਰਿਹਾ ਹੈਗਾ। ਆਟੋਨੋਮਸ ਜਿਹੜੇ ਯੂਜ਼ ਕਰਦਾ ਹੈਗਾ ਉਹ ਫਿਰ ਮੈਂ ਸਾਰੇ ਆਲਰੇਡੀ ਮੈਂ ਰਜਿਸਟਰ ਕੀਤੇ ਹੋਏ ਆ। ਤੇ ਇੱਕ ਜਿਹੜੇ ਪਲੇਨ ਹੁੰਦਾ ਹੈ, ਇਹਦੀ ਕਿੰਨੀ ਰੇਂਜ ਜਿਹੜੀ ਹੈ ਉਹ ਸਾਨੂੰ ਅਮੂਮਨ ਦੇਖਣ ਨੂੰ ਮਿਲ ਜਾਂਦੇ, ਫਿਰ ਭਾਵੇਂ ਉਹ 3cc ਵਾਲਾ ਹੋਵੇ ਜਾਂ 100cc ਵਾਲਾ ਹੋਵੇ, ਕਿਸ ਤਰੀਕੇ ਦੇ ਨਾਲ ਕਿੰਨੀ ਰੇਂਜ ਹਰ ਮਾਡਲ ਦੀ ਹੁੰਦੀ ਹੈ? ਸਰ ਜਿਹੜੇ ਵੀ ਅਸੀਂ ਮਾਡਲ ਯੂਜ਼ ਕਰ ਰਹੇ ਹੈਗੇ ਆ ਇਹਨਾਂ ਦੀ ਵੈਸੇ ਤਾਂ ਜਿਹੜਾ ਹੈਗਾ ਰੇਂਜ, ਜੇ ਇੱਕ ਰਿਮੋਟ ਦੀ ਰੇਂਜ ਦੇਖੀਏ, ਰਿਮੋਟ ਦੀ ਰੇਂਜ ਜਿਹੜੀ ਹੈਗੀ ਉਹ 3 ਕਿਲੋਮੀਟਰ ਤੱਕ ਦੀ ਜਿਹੜੀ ਹੈਗੀ ਉਹ ਕੰਪਨੀ ਉਹਨੂੰ ਰੈਕਮੈਂਡ ਕਰਦੀ ਹੈ। ਬਟ ਅਸੀਂ ਤਾਂ ਉੱਥੇ ਤੱਕ ਫਲਾਈ ਕਰ ਸਕਦੇ ਹੈਗੇ ਜਿੱਥੇ ਤੱਕ ਸਾਨੂੰ ਇੱਕ ਈਜ਼ੀਲੀ ਵਿਜ਼ੀਬਲ ਹੋਵੇ ਮਾਡਲ, ਕਿਉਂਕਿ ਅਸੀਂ ਇਹ ਵੀ ਦੇਖਣਾ ਹੈਗਾ ਕਿ ਮਾਡਲ ਜਿਹੜਾ ਹੈਗਾ ਜਦੋਂ ਦੂਰ ਜਾਂਦਾ ਹੈਗਾ ਸਾਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਉਹਦੇ ਵਿੰਗ ਕਿਸ ਡਾਇਰੈਕਸ਼ਨ ਦੇ ਵਿੱਚ ਝੁਕ ਰਹੇ ਆ, ਉਹ ਆ ਰਿਹਾ ਹੈ ਕਿ ਜਾ ਰਿਹਾ ਹੈਗਾ, ਇਹ ਵੀ ਨਹੀਂ ਸਾਨੂੰ ਪਤਾ ਲੱਗਦਾ ਹੈਗਾ। ਕਿਉਂਕਿ ਜਿਸ ਟਾਈਮ ਦੇ ਉੱਤੇ ਉਹਨੇ ਵਾਪਸ ਆਉਣਾ ਹੁੰਦਾ ਸਾਡੇ ਵੱਲੋਂ ਅਸੀਂ ਉਹਦਾ ਫੇਸ ਕਰੀਦਾ, ਉਹਦੇ ਜਿਹੜੇ ਹੈਗੇ ਆ ਕੰਟਰੋਲਸ ਹੈ ਉਹ ਬਿਲਕੁਲ ਆਪੋਜ਼ਿਟ ਹੋ ਜਾਂਦੇ ਆ। ਔਰ ਜਦੋਂ ਅਸੀਂ ਉਹਨੂੰ ਆਪਣੇ ਤੋਂ ਦੂਰ ਭੇਜੀਦਾ ਉਸ ਟਾਈਮ ਦੇ ਉੱਤੇ ਤਾਂ ਸਾਨੂੰ ਪਤਾ ਹੁੰਦਾ ਕਿ ਲੈਫਟ ਨੂੰ ਅਸੀਂ ਜੇ ਆਪਣੀ ਜੋਇਸਟਿਕ ਕਰ ਰਿਹਾ ਤਾਂ ਉਹ ਲੈਫਟ ਨੂੰ ਝੁਕ ਰਿਹਾ, ਔਰ ਜੇ ਰਾਈਟ ਨੂੰ ਕਰ ਰਿਹਾ ਤਾਂ ਰਾਈਟ ਨੂੰ ਝੁਕ ਰਿਹਾ। ਬਟ ਜਦੋਂ ਉਹ ਵਾਪਸ ਉਹ ਲੈ ਕੇ ਆ ਰਹੇ ਹੁੰਦੇ ਹੈਗੇ ਉਸ ਟਾਈਮ ਦੇ ਉੱਤੇ ਉਹਦੇ ਆਪੋਜ਼ਿਟ ਹੋਏ ਹੁੰਦੇ ਆ ਕੰਟਰੋਲਸ। ਇਸ ਕਰਕੇ ਅਸੀਂ ਤਾਂ ਫਿਰ ਉੱਥੇ ਤੱਕ ਹੀ ਫਲਾਈ ਕਰੀਦਾ ਹੈਗਾ ਜਿੱਥੇ ਤੱਕ ਸਾਨੂੰ ਬਿਲਕੁਲ ਵਿਜ਼ੀਬਲ ਹੋਵੇ ਔਰ ਅਸੀਂ ਉਹਨੂੰ ਕੰਟਰੋਲ ਕਰ ਸਕੀਏ। ਬਿਲਕੁਲ। ਤੇ ਮੈਂ ਦਰਖਾਸਤ ਕਰਾਂਗੇ ਪਲੀਜ਼ ਆਪਣੇ ਕੁਝ ਮਾਡਲਸ ਜਿਹੜੇ ਇੱਥੇ ਹੈਗੇ ਨੇ ਉਹਨਾਂ ਸਾਨੂੰ ਜ਼ਰੂਰ ਦੱਸੋ, ਕਿਉਂਕਿ ਮੈਂ MiG-21 ਵਰਗਾ ਵੀ ਮਾਡਲ ਮੈਂ ਦੇਖ ਪਾ ਰਿਹਾ ਕਿ ਇਹ ਕਿਸ ਟਾਈਪ ਦਾ ਮਾਡਲ ਹੈ ਤੇ ਇਹਨਾਂ ਮਾਡਲਸ ਦੇ ਵਿੱਚ ਕੀ ਫਰਕ ਹੈ, ਤੇ ਕੁਛ ਹੈ ਜਿਹੜਾ ਵਿੰਗ ਜਿਹੜਾ ਪਿਆ ਹੋਇਆ ਉਹ ਕਿਸ ਚੀਜ਼ ਦਾ ਵਿੰਗਸ ਹੈਗੇ ਨੇ ਜੀ। ਬੇਸਿਕਲੀ ਸਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਛੋਟੇ ਮਾਡਲ ਬਾਰੇ ਮੈਂ ਦੱਸ ਰਿਹਾ। ਇਹ 3D ਮਾਡਲ ਹੈਗਾ ਫੋਂਟਾਨਾ, ਠੀਕ ਹੈ, ਔਰ ਇਹ ਬਰਸ਼ਲੈਸ ਮੋਟਰ ਹੁੰਦੀ ਹੈਗੀ, ਬਰਸ਼ਲੈਸ ਮੋਟਰ ਇਹਦੇ ਅੱਗੇ ਲੱਗੀ ਹੋਈ ਆ। ਔਰ ਇਹ ਅਸੀਂ ਇੱਕ ਬੈਟਰੀ ਕੰਟਰੋਲਡ ਇਹ ਮਾਡਲ ਹੈਗਾ, ਇਹਦੇ ਵਿੱਚ ਬੈਟਰੀ ਲੱਗਦੀ ਹੈ। ਔਰ ਇਹ 'ਚ ਕੋਈ ਫਿਊਲ ਦੀ ਜ਼ਰੂਰਤ ਨਹੀਂ, ਇਹਦੇ ਵਿੱਚ ਕੋਈ ਫਿਊਲ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਦੱਸ ਦਿੰਦਾ, ਫਿਰ ਇਹ ਸਾਡਾ ਹੈਕਸਾਕਾਪਟਰ ਆ ਗਿਆ ਜਿਹੜਾ ਤੁਸੀਂ ਵੇਖਿਆ ਹੀ ਹੋਏਗਾ। ਔਰ ਇਹ ਆਟੋ ਯਾਨੀ ਕਿ ਇਹਨੂੰ ਅਸੀਂ ਮੈਂ ਮੈਨੂਅਲੀ ਆਪਰੇਟ ਕਰਦੇ ਹਾਂ। ਮੈਂ ਇਹਦੇ ਨੀਚੇ ਮੈਂ DSLR ਕੈਰੀ ਕਰਦਾ, ਇਹ ਮੇਰਾ ਨੀਚੇ ਤੇ ਗਿੰਬਲ ਲੱਗ ਜਾਂਦਾ ਇਸ ਜਗ੍ਹਾ ਦੇ ਉੱਤੇ। ਹਾਂਜੀ, ਔਰ ਇਹਦੇ ਉੱਤੇ ਇੰਨਾ ਕੇਪੇਬਲ ਹੈਗਾ ਕਿਉਂਕਿ DSLR ਦੀ ਤੁਸੀਂ ਗੱਲ ਕਰੋ ਤੇ ਉਹਦਾ ਕਾਫੀ ਵੇਟ ਹੁੰਦਾ, ਇੱਕ ਕੈਮਰੇ ਦਾ, ਉਹਦੇ ਲੈਂਸ ਦਾ ਵੇਟ ਹੁੰਦਾ, ਹਰ ਚੀਜ਼ ਦਾ ਵੇਟ ਹੁੰਦਾ ਜੀ। ਐਕਚੁਅਲੀ ਇਹ ਸਰ ਜਿਹੜਾ ਮਾਡਲ ਹੈਗਾ ਇਹ ਤਕਰੀਬਨ 10 kg ਤੱਕ ਇਹ ਆਰਾਮ ਨਾਲ ਕੈਰੀ ਕਰ ਸਕਦਾ। ਮੈਂ ਇਸੇ ਕਰਕੇ ਐਡਾ ਵੱਡਾ ਇਹ ਜਿਹੜਾ ਮਾਡਲ ਬਣਾਇਆ ਹੋਇਆ, ਕਿਉਂਕਿ ਇਹਦੇ ਵਿੱਚ DSLR ਜਿਹੜਾ ਹੈਗਾ ਉਹਨੇ ਉੱਤੇ ਰਿਸਕ ਨਹੀਂ ਲੈ ਸਕਦੇ ਕਿ ਉਹ ਥੋੜਾ ਹੈਵੀ ਹੁੰਦਾ ਜੀ। ਤੇ ਇਹਨੂੰ ਵੀ ਤੁਸੀਂ ਬੈਟਰੀ ਕੰਟਰੋਲਡ ਹੈ ਕਿ ਇਹ ਕੋਈ ਆਪਣਾ ਫਿਊਲ ਕੰਟਰੋਲਡ ਹੈ? ਨਹੀਂ ਸਰ, ਇਹ ਵੀ ਬੈਟਰੀ ਕੰਟਰੋਲ ਹੈ। ਇਹਦੇ ਵਿੱਚ ਵੀ ਲਿਥੀਅਮ ਪੋਲੀਮਰ ਬੈਟਰੀਜ਼ ਹੈਗੀਆਂ, ਇਹ ਤੁਸੀਂ ਵੇਖ ਸਕਦੇ ਹੋ। ਇਹ ਇਹਦੀਆਂ ਬੈਟਰੀਜ਼ ਹੁੰਦੀਆਂ ਔਰ ਇਹ ਲਿਥੀਅਮ ਪੋਲੀਮਰ ਬੈਟਰੀਜ਼ ਹਾਲੇ ਤੋਂ ਵੈਸੇ ਇੰਪੋਰਟ ਥੋੜ੍ਹੀਆਂ ਘੱਟ ਗਿਆ ਹੋਇਆ ਇੰਡੀਆ ਦੇ ਵਿੱਚ, ਬਟ ਕਾਫੀ ਜਗ੍ਹਾ ਤੋਂ ਹਾਲੇ ਵੀ ਮਿਲ ਜਾਂਦੀ ਹੈ ਬੈਟਰੀ। ਥੋੜ੍ਹਾ ਜਿਹਾ ਮੁਸ਼ਕਿਲ ਹੋ ਰਿਹਾ ਅੱਜ ਕੱਲ੍ਹ ਇਸ ਹੌਬੀ ਨੂੰ ਕੰਟੀਨਿਊ ਕਰਨਾ, ਕਿਉਂਕਿ ਚਾਈਨਾ ਦਾ ਜਿਹੜਾ ਚੱਲ ਰਿਹਾ ਨਾ ਉਹਦੇ ਕਰਕੇ ਥੋੜ੍ਹਾ ਜਿਹਾ ਹੋਇਆ ਪਿਆ ਔਖਾ ਥੋੜ੍ਹਾ। ਇਹ ਵੀ ਇੱਕ ਸਵਾਲ ਵੈਸੇ ਬਹੁਤ ਵੱਡਾ ਹੈ ਕਿ ਜਿੱਦਾਂ ਤੁਸੀਂ ਕਿਹਾ ਕਿ ਕੁਝ ਇਲੈਕਟ੍ਰੋਨਿਕ ਪਾਰਟਸ ਜਿਹੜੇ ਨੇ ਉਹ ਜ਼ਿਆਦਾਤਰ ਚਾਈਨਾ ਤੋਂ ਹੀ ਆਉਂਦੇ ਹੁੰਦੇ ਸੀਗੇ, ਪਰ ਹੁਣ ਚਾਈਨਾ ਤੋਂ ਜਿਹੜਾ ਇੰਪੋਰਟ ਉਹਦੇ ਵਿੱਚ ਇੱਕ ਹਿਸਾਬ ਦੀ ਰੋਕ ਹੀ ਲਗਾ ਦਿੱਤੀ ਗਈ ਹੈ। ਕੀ ਇਸ ਹੌਬੀ ਨੂੰ ਕੰਟੀਨਿਊ ਕਰਨ ਦੇ ਵਿੱਚ ਕੀ ਉਹ ਬਹੁਤ ਵੱਡੀ ਇੱਕ ਰੋਕ ਵੀ ਬਣ ਸਕਦੀ ਹੈ? ਐਕਚੁਅਲੀ ਵੀ ਸਰ ਜਿਹੜਾ ਹੈਗਾ ਹੁਣ ਹੌਬੀਇਸਟ ਹੈਗੇ ਉਹਨਾਂ ਨੂੰ ਆਪਣਾ ਸਮਾਨ ਤਾਂ ਕਿਤੇ ਨਾ ਕਿਤੇ ਉਹਦਾ ਚਾਹੀਦਾ ਹੀ ਹੈਗਾ। ਹੁਣ ਚਾਈਨਾ ਤੋਂ ਡਾਇਰੈਕਟ ਨਹੀਂ ਕੋਈ ਵੀ ਆਰਡਰ ਕਰ ਪਾ ਰਿਹਾ ਹੈਗਾ, ਤੇ ਉਹ ਕੀ ਕਰ ਰਹੇ ਹੈਗੇ, ਉਹ ਤਾਈਵਾਨ ਤੋਂ ਜਿਹੜੀ ਚੀਜ਼ਾਂ ਮਿਲ ਰਹੀਆਂ ਤਾਈਵਾਨ ਤੋਂ ਬਾਏ ਕਰ ਰਹੇ ਆ। ਹੁਣ ਤਕਰੀਬਨ ਸਾਰੇ ਵੈਸੇ ਰੁੱਖ ਕਰ ਰਹੇ ਹੈਗੇ ਕਿ ਅਮਰੀਕਾ ਤੋਂ ਮੰਗਵਾਈ ਜਾਏ ਚੀਜ਼ਾਂ, ਔਰ ਅਮਰੀਕਾ ਤੋਂ ਕਾਫੀ ਚੀਜ਼ਾਂ ਆ ਰਹੀਆਂ ਹੈਗੀਆਂ ਜੀ। ਇੱਕ MiG-21 ਦਾ ਤੁਸੀਂ ਦੱਸ ਰਹੇ ਸੀ, ਤੇ ਪਲੀਜ਼ ਇਹ ਸਾਨੂੰ ਇਹ ਵੀ ਦੋ ਮਾਡਲਸ ਜ਼ਰੂਰ ਦੱਸੋ ਕਿ ਇਹ ਮਾਡਲਸ ਕਿੱਦਾਂ ਦੇ ਨੇ ਤੇ ਕਿੱਦਾਂ ਕੰਟਰੋਲ ਹੁੰਦੇ ਨੇ ਜੀ। ਇਹ ਸਰ MiG-29 ਦਾ ਮਾਡਲ ਹੈ, ਠੀਕ ਹੈ। MiG-29 ਦਾ ਮਾਡਲ ਹੈ, ਇਹ ਐਕਚੁਅਲੀ ਵਿੱਚ ਡਕਟ ਫੈਨ ਆਪਰੇਟਡ ਹੈ। ਇਹਦੇ ਨੀਚੇ ਤੁਸੀਂ ਦੇਖ ਰਹੇ ਹੋਗੇ ਇਹ ਜਿਹੜਾ ਐਗਜ਼ੌਸਟ ਹੈਗਾ, ਐਗਜ਼ੌਸਟ ਅੰਦਰੋਂ ਦੀ ਖਾਲੀ ਹੈ, ਔਰ ਇਹਦੇ ਅੰਦਰਲੇ ਜਿਹਦੀ ਫਿਊਜ਼ਲੈਜ ਦੇ ਅੰਦਰ ਇਹਦੇ ਡਕਟ ਫੈਨ ਲੱਗੇ ਹੋਏ ਆ। ਉਹ ਡਕਟ ਫੈਨ ਜਿਹੜੇ ਹੈਗੇ ਉਹਦੇ ਇਨਟੇਕ ਅਗਲੀ ਵਾਲੀ ਸਾਈਡ ਹੈਗੀ ਆ, ਉੱਥੋਂ ਦੀ ਯਾਨੀ ਕਿ ਏਅਰ ਸਕ ਕਰਦਾ, ਔਰ ਇਹ ਵਾਲੀ ਸਾਈਡ ਤੋਂ ਦੀ ਸਿਰਫ ਥਰਸਟ ਦੇ ਨਾਲ ਇਹ ਫਲਾਈ ਹੁੰਦਾ। ਤੇ ਇਹਦੇ ਲਈ ਕਿਹੜਾ ਫਿਊਲ ਇਸਤੇਮਾਲ ਕੀਤਾ ਜਾਂਦਾ ਜੀ? ਇਹ ਸਰ ਇਹ ਵੀ ਬੈਟਰੀ ਆਪਰੇਟਡ ਹੈ। ਹਾਂਜੀ, ਤੇ ਉਹ ਵਾਲਾ ਜਿਹੜਾ ਤੁਸੀਂ ਨੇਵੀ ਆਈ ਗੈਸ ਇਹਦਾ ਤੁਸੀਂ ਰੱਖਿਆ ਹੋਇਆ ਮਾਡਲ ਦਾ ਨਾਮ ਇਹਦਾ ਕੀ ਹੈ? ਐਕਸਾਈਟ ਮਾਡਲ ਹੈ, ਵੈਸੇ ਇਹਦਾ ਨਾਮ ਐਕਸਾਈਟ ਹੈ, ਔਰ ਇਹਦੇ ਉੱਤੇ ਜਿਹੜਾ ਹੈਗਾ ਇੰਜਨ ਲੱਗਿਆ ਹੋਇਆ, ਇਹ ਗਲੋ ਪਲੱਗ ਇੰਜਨ ਇਹਨੂੰ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈਗਾ। ਇਹਦੇ ਅੰਦਰ ਵੀ ਜਿਹੜਾ ਹੈਗਾ ਨਾਈਟ੍ਰੋਮੀਥੇਨ ਫਿਊਲ ਪੈਂਦਾ ਹੈ। ਤੇ ਕਿੰਨੇ ਸੀਸੀ ਦਾ ਇੰਜਨ ਹੈ ਜੀ ਇਹ? ਸਰ ਜਿਹੜਾ ਹੈਗਾ ਇਹ ਤਕਰੀਬਨ 14 cc ਇੰਜਨ ਹੈਗਾ ਜੀ।
ਕਿਉਂਕਿ ਇਹ ਥੋੜਾ ਮਾਡਲ ਇਹ ਹੈਵੀ ਹੈ ਔਰ ਥੋੜਾ ਫਾਈਬਰ ਦੇ ਵਿੱਚ ਬਣਿਆ ਹੋਇਆ, ਇਸ ਕਰਕੇ ਇਹਨੂੰ ਥੋੜਾ ਜਿਹਾ ਪਾਵਰਫੁਲ ਮੈਂ ਰੱਖਿਆ ਹੋਇਆ। ਤੇ ਕੋਈ ਇਨਸਾਨ ਜਿਸਨੇ ਹੌਬੀ ਨੂੰ ਕੰਟੀਨਿਊ ਕਰਨਾ ਹੋਵੇ ਤੇ ਇਹ ਮਾਡਲ ਲੈਣਾ ਹੋਵੇ ਤੇ ਅਪਰੋਕਸੀਮੇਟ ਕੀ ਕਾਸਟਿੰਗ ਹੋਏਗੀ ਇਸ ਮਾਡਲ ਦੀ? ਇਹ ਅਪਰੋਕਸੀਮੇਟਲੀ ਸਰ ਵਿਦ ਰਿਮੋਟ ਐਂਡ ਈਚ ਐਂਡ ਐਵਰੀਥਿੰਗ ਜਿਹੜਾ ਹੈਗਾ ਤਕਰੀਬਨ 30 ਤੋਂ 35,000 ਦਾ ਇਹ ਕਾਸਟ ਕਰਦਾ। ਬਹੁਤ ਬਹੁਤ ਧੰਨਵਾਦ ਕਟਾਰੀਆ ਸਾਹਿਬ, ਤੁਸੀਂ ਆਪਣੀ ਜਿਹੜੀ ਪਲੇਨਸ ਦੀ ਕਲੈਕਸ਼ਨ ਸਾਨੂੰ ਦਿਖਾਈ ਤੇ ਜਿਸ ਤਰੀਕੇ ਨਾਲ ਤੁਸੀਂ ਇੰਡੀਅਨ ਆਰਮੀ ਦੀ ਵੀ ਮਦਦ ਕਰ ਰਹੇ ਹੋ, ਬਿਲਕੁਲ ਕਾਬਿਲੇ ਤਾਰੀਫ ਹੈ। ਬਹੁਤ ਬਹੁਤ ਧੰਨਵਾਦ ਕਟਾਰੀਆ ਸਾਹਿਬ। ਸ਼ੁਕਰੀਆ ਸਰ। ਸੋ ਇਹ ਸਨ ਸਾਡੇ ਨਾਲ ਕਟਾਰੀਆ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿੰਨੇ ਵੀ ਪਲੇਨਸ ਵਾਲੇ ਮਾਡਲਸ ਨੇ ਇਹ ਬਣਾਉਂਦੇ ਨੇ, ਇਹ ਜਿਹੜੇ ਹੌਬੀਜ਼ ਰੱਖਦੇ ਨੇ ਪਲੇਨਸ ਨੂੰ ਫਲਾਈ ਕਰਨ ਦੀ ਜਾਂ 3D ਮਾਡਲਸ ਨੂੰ ਫਲਾਈ ਕਰਨ ਦੀ, ਉਹਨਾਂ ਨੂੰ ਦਿੰਦੇ ਨੇ ਤੇ ਨਾਲ ਦੀ ਨਾਲ ਕਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਦੀ ਜਿਹੜੀ ਉਹ ਮਦਦ ਕਰਦੇ ਨੇ ਤੇ ਜਿਹੜੇ ਨਵੇਂ ਰਿਕਰੂਟਸ ਹੁੰਦੇ ਨੇ ਉਹਨਾਂ ਨੂੰ ਸਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਏਰੋ ਮਾਡਲਸ ਨੂੰ ਫਲਾਈ ਕਰਨਾ ਹੈ ਤੇ ਉਹਨਾਂ ਨੂੰ ਹੋਰ ਵੀ ਜਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਇਹ ਇੰਡੀਅਨ ਆਰਮੀ ਨੂੰ ਮਦਦ ਕਰਦੇ ਨੇ। ਕੈਮਰਾ ਪਰਸਨ ਪਵਨ ਕਨੌਜੀਆ ਦੇ ਨਾਲ ਮੈਂ ਸਾਜਿਦ ਨਰੂਲਾ, ਦੈਨਿਕ ਸਵੇਰਾ ਟੀਵੀ, ਜਲੰਧਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।